19 ਨੰਬਰ ਵਾਰਡ ਦਾ ਵਿਕਾਸ ਨਹੀਂ ਹੋਇਆ। ਵਾਰਡ ਦੇ ਲੋਕਾਂ ਨੂੰ ਵੀ, ਮੇਰੇ ਭੈਣ ਭਰਾਵਾਂ ਨੂੰ ਵੀ ਪਤਾ ਹੈ ਤੇ ਸ਼ਹਿਰ ਨੂੰ ਵੀ ਪਤਾ ਹੈ। RTI ਦਾ ਹੀ ਮੁੱਦਾ ਉਹਨਾਂ ਨੇ ਚੱਕ ਰੱਖਿਆ 5 ਸਾਲ। ਆਪਣੇ ਵਾਰਡ ਦੇ ਵਿੱਚ ਉਹਨਾਂ ਨੇ ਇੱਕ ਵਾਰ ਵੀ ਆ ਕੇ ਇਹ ਨਹੀਂ ਪੁੱਛਿਆ ਕਿ ਉਹਨਾਂ ਨੂੰ ਕੀ ਪ੍ਰੋਬਲਮਸ ਨੇ। MCਆਂ ਤੋਂ ਕਿਸੇ ਨੂੰ ਕੋਈ ਬਹੁਤੀ ਲੰਬੀ ਚੌੜੀ ਜ਼ਰੂਰਤ ਨਹੀਂ ਹੁੰਦੀ। ਅਜਿਹੇ ਕਿਹੜੇ ਕੰਮ ਸੀਗੇ ਜਿਹੜੇ ਉਹਨਾਂ ਨੇ ਨਹੀਂ ਕੀਤੇ ਤੇ ਤੁਸੀਂ 10 ਮਹੀਨੇ 'ਚ ਕਰਵਾਏ? ਮੈਂ ਚਾਹਾਂ ਵੀ 5 ਲੱਗੇ ਹੋਏ ਨੇ, 4 ਕੌਂਸਲ ਵੱਲੋਂ ਲੱਗੇ ਜੀ, ਮੈਂ ਆਪਾਂ ਨੂੰ ਸ਼ੋਅ ਆਫ ਕਰਨ ਨੂੰ ਮੈਂ 2 ਬੰਦਿਆਂ ਨੂੰ 5-5 ਹਜ਼ਾਰ ਰੁਪਇਆ ਦੇ ਕੇ ਮੈਂ ਲਗਾਉਣਾ, ਤਾਂ ਇਹਦੇ 'ਚ ਕੌਂਸਲ ਦਾ ਤਾਂ ਕੋਈ ਕਸੂਰ ਨਹੀਂ ਜੀ। ਲਾਂਗੇ ਵੀ ਅਸੀਂ ਸਕੂਲ 'ਚੋਂ ਕਮਾ ਰਹੇ ਹਾਂ ਜਾਂ ਹੋਰ ਕਿਸੇ ਉਹਦੇ 'ਚੋਂ ਕਮਾ ਰਹੇ ਹਾਂ, ਅਸੀਂ ਆਪਣੇ ਨਹੀਂ ਪੱਲੇ ਹੁੰਦੇ ਰਹੇ ਜੀ, ਅਸੀਂ ਉਹ ਦੇਈਏ ਰਹੇ ਹਾਂ। ਦਿਸ ਇਜ਼ ਨਾਟ ਬਿਗ ਇਸ਼ੂ। ਵਾਅਦੇ ਤਾਂ ਹਰ ਕੋਈ ਕਰ ਲੈਂਦਾ, ਮਜ਼ਾ ਤਾਂ ਹੁੰਦਾ ਤੁਸੀਂ ਬਿਨਾਂ ਵਾਅਦਿਆਂ ਤੋਂ ਲੋਕਾਂ ਦੇ ਵਿੱਚ ਵਿਚਰੋ। ਤੇ ਕਰਪਸ਼ਨ ਕਿਸ ਮਹਿਕਮੇ 'ਚ ਨਹੀਂ ਜੀ ਹੁੰਦੀ। ਕਰਪਸ਼ਨ ਥੋੜ੍ਹੀ ਬਹੁਤੀ ਹਰ ਪਾਸੇ ਚੱਲਦੀ ਹੈ। ਜਦੋਂ ਤੁਸੀਂ ਸੱਤਾ ਦੇ ਵਿੱਚੋਂ ਉਦੋਂ ਕਰਪਸ਼ਨ ਘੱਟ ਹੁੰਦੀ ਹੈ ਜੀ। ਤੁਸੀਂ ਤਾਂ ਉਹ ਤਾਂ ਖੁਦ ਕਰਪਸ਼ਨ ਕਰਦੇ ਰਹੇ ਆ ਵਿੱਚ ਬੈਠ ਕੇ। ਇਹ ਓਨਲੀ ਰਾਜਨੀਤੀ ਹੈ। ਇਹ ਸਿਰਫ ਇੱਕ ਮਤਲਬ ਇੱਕ ਬਦਨਾਮੀ ਕਰਨ ਵਾਸਤੇ ਕੋਈ ਹੋਰ ਮੁੱਦਾ ਨਹੀਂ ਨਾ ਲੱਭਦਾ, ਕਿਉਂਕਿ ਉਦੋਂ ਦੇ ਕੰਮ ਹੋ ਰਹੇ ਆ। ਰਾਜਾ ਜੀ ਸੀਗੇ ਪ੍ਰਧਾਨ, ਇਹ ਉਦੋਂ ਤੋਂ ਕੰਮ ਸ਼ੁਰੂ ਹੋਇਆ। ਪਿਛਲੇ 3 ਸਾਲਾਂ ਦੇ ਵਿੱਚ ਵੀ ਉਹੀ ਕੁਛ ਹੋਇਆ। ਬਟ ਹੁਣ ਸਾਨੂੰ ਜੇ ਕੋਈ ਇਹਨਾਂ ਨੂੰ ਲੱਗਦਾ ਵੀ ਹੁਣ ਕਾਂਗਰਸ ਕਰਵਾ ਰਹੀ ਹੈ ਜਾਂ ਕਾਂਗਰਸ ਦੇ ਰਾਜ ਹੋ ਰਿਹਾ, ਸਾਨੂੰ ਦੱਸਣ, ਅਸੀਂ ਅੱਗੇ ਗੱਲ ਪਹੁੰਚਾਵਾਂਗੇ। ਸਵਾਗਤ ਹੈ ਜੀ, ਤੁਸੀਂ ਵੇਖ ਰਹੇ ਹੋ ਪੰਜਾਬ TV ਤੇ ਮੈਂ ਹਰਕੇ ਸਿੰਘ ਰਾਣਾ। ਜਿਵੇਂ ਕਿ ਸਾਡਾ ਖਾਸ ਪ੍ਰੋਗਰਾਮ ਸਾਡੇ MC ਸਾਹਿਬ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਤੇ ਜੇ ਅਸੀਂ ਗੱਲ ਕਰੀਏ 19 ਨੰਬਰ ਵਾਰਡ ਦੀ, ਤਾਂ ਅੱਜ ਅਸੀਂ ਮੌਜੂਦ ਹਾਂ ਵਾਰਡ ਨੰਬਰ 19 ਵਿਖੇ। ਤੇ 19 ਨੰਬਰ ਵਾਰਡ ਦੀ ਜੇ ਗੱਲ ਕਰੀਏ ਤਾਂ ਇੱਥੋਂ ਜੋ ਮੌਜੂਦਾ ਕੌਂਸਲਰ ਸੀਗੇ ਉਹ ਸੀਗੇ ਸ਼ਿਵਾਨੀ ਠਾਕੁਰ। ਤੇ ਜੇ ਅਸੀਂ ਗੱਲ ਕਰੀਏ ਤਾਂ ਵਾਰਡ ਨੰਬਰ 19 ਦੇ ਵਿੱਚ ਫਿਲਹਾਲ ਅਸੀਂ ਮੌਜੂਦ ਹਾਂ ਮੈਡਮ ਸੋਨੀਆ ਸੈਣੀ ਨੇ। ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਇਸ ਮੁੱਦੇ 'ਤੇ ਕਿ ਵਾਰਡ ਨੰਬਰ 19 ਦੇ ਵਿੱਚ ਕਿਸ ਤਰ੍ਹਾਂ ਵਿਕਾਸ ਹੋਇਆ, किस तरह विकास के काम होए ਜਾਂ की कमियां इस वार्ड ਦੇ ਵਿੱਚ ਰਹਿ ਗਈਆਂ ਨੇ। ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਸਾਡੇ ਨਾਲ ਮੌਜੂਦ ਨੇ ਮੈਡਮ ਸੋਨੀਆ ਸੈਣੀ। ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਜੀ ਪੰਜਾਬ TV ਤੇ। ਥੈਂਕ ਯੂ ਸੋ ਮਚ ਜੀ। ਮੈਂ ਵੀ ਪੰਜਾਬ TV ਵੱਲੋਂ ਆਪਣੇ ਸਾਰੇ ਦਰਸ਼ਕਾਂ ਨੂੰ, ਆਪਣੇ ਭੈਣ ਭਰਾਵਾਂ ਨੂੰ, ਨੰਗਲ ਸ਼ਹਿਰ ਤੇ 19 ਨੰਬਰ ਵਾਰਡ ਨੂੰ बहुत बहुत सत्कारयोग मेरे वालों नमस्ते, सत श्री अकाल, आदाब। सब तो पहले शुरू कर दिए जी, जिमें कि साडा खास प्रोग्राम है साडे MC साहब। इस दे विच असीं लैके आंदे आ कि साडे MC साहब ने की वार्ड दे विच कीता। सब तो पहला तुसीं भी दावेदारी पेश कर रहे हो जी MC वास्ते, पहला भी MC सीगे। अजिहा की हो गया कि तुहानूं इस बार इलैक्शन लड़ना पएगा ते किहड़े मुद्दਿਆਂ ਨੂੰ ਲੈ ਕੇ ਤੁਸੀਂ ਪਬਲਿਕ ਦੇ ਵਿੱਚ ਜਾਓਗੇ, ਕਿਹੜੇ ਵਿਕਾਸ ਦੇ ਕੰਮ ਹੈ ਜਿਹੜੇ ਰਹਿ ਗਏ ਉਹਨਾਂ ਵਾਸਤੇ ਤੁਸੀਂ ਵਚਨਬੱਧ ਕਰਵਾਉਣ ਦੇ ਲਈ? पिछले 5 सालों के विच कोई भी 19 नंबर वार्ड का विकास नहीं होया। जो 19 नंबर वार्ड के लोगों को, मेरे भैन भरावां नूं भी पता है तो शहर नूं भी पता है। विकास की जगह एक सिर्फ RTI का ही मुद्दा उन्होंने चक रखिया 5 साल। अपने वार्ड दे विच उन्होंने एक बार भी आके ये नहीं पूछया कि उन्होंने की प्रॉब्लम्स ने, की दुख ने, की सुख ने। ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਐਜ਼ ਏ MC ਸਾਡਾ ਇੱਕ ਫਰਜ਼ ਬਣਦਾ, ਜੇ ਸਾਨੂੰ ਲੋਕ ਸਾਡੇ 'ਤੇ ਵਿਸ਼ਵਾਸ ਕਰਕੇ ਵੋਟਾਂ ਪਾ ਕੇ ਜਿਤਾਉਂਦੇ ਨੇ ਤਾਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਲੋਕਾਂ ਦੇ ਵਾਸਤੇ ਦਿਨ ਰਾਤ ਤਿਆਰ ਰਹੀਏ ਵੀ ਉਹਨਾਂ ਨੂੰ ਕਿਸੇ ਦਸਤਖਤ ਦੀ ਲੋੜ ਹੈ ਜਾਂ ਕਿਸੇ ਦਾ ਕੋਈ ਸੁੱਖ ਦੁੱਖ ਹੈ, ਅਸੀਂ ਜਾ ਕੇ ਪੁੱਛੀਏ। MC ਕੋਈ ਆਪਾਂ ਇੱਕ ਛੋਟੀ ਜਿਹੀ ਗੱਲ ਮੈਂ ਤੁਹਾਡੇ ਸਾਹਮਣੇ ਇਹ ਕਰਨਾ ਚਾਹੁੰਦੀ ਹਾਂ, ਦੱਸਣਾ ਵੀ ਚਾਹੁੰਦੀ ਹਾਂ ਪਬਲਿਕ ਨੂੰ। MCਆਂ ਤੋਂ ਕਿਸੇ ਨੂੰ ਕੋਈ ਬਹੁਤੀ ਲੰਬੀ ਚੌੜੀ ਜ਼ਰੂਰਤ ਨਹੀਂ ਹੁੰਦੀ। ਇੱਕ ਸਿਰਫ ਇਹ ਹੁੰਦਾ ਵੀ ਕੋਈ ਆਪਾਂ ਕੌਂਸਲ ਦੇ ਵਿੱਚ ਜਾਈਏ, ਕੋਈ ਸਾਡਾ ਜਲਦੀ ਕੰਮ ਹੋ ਜਾਵੇ, ਜਾਂ ਅਸੀਂ ਕਿਸੇ ਕੋਰਟ ਕਚਹਿਰੀ 'ਚ ਜਾਈਏ, ਇੱਕ ਸਾਡਾ ਸਿਗਨੇਚਰ MC ਦਾ ਚੱਲਦਾ ਉਹ ਹੁੰਦਾ ਹੈ। ਮੇਰੀ ਜੋ ਮੈਂ ਇਹ ਲਾਸਟ ਟੂ ਲਾਸਟ ਜਿਹੜੇ 5 ਈਅਰ ਮੈਂ ਰਹੀ ਹਾਂ, ਮੇਰੀ ਇੱਕ ਡਿਊਟੀ ਬਣਦੀ ਸੀ। ਮੈਂ 24 ਆਵਰਸ ਆਪਣੇ
ਭੈਣ ਭਰਾਵਾਂ ਵਾਸਤੇ ਤਤਪਰ ਰਹਿੰਦੀ ਸੀ ਕਿ ਮੈਂ ਕਦੇ ਵੀ ਉਹਨਾਂ ਨੂੰ ਇਹ ਨਹੀਂ ਸੀ ਕਹਿੰਦੀ ਹੁੰਦੀ ਵੀ ਤੁਸੀਂ ਇਹ ਪੇਪਰ ਰੱਖ ਜਾਓ ਜੀ, ਤੁਸੀਂ ਕੱਲ੍ਹ ਲੈ ਜਿਓ। ਕਿਸੇ ਨੇ 12 ਵਜੇ ਵੀ ਆ ਕੇ ਮੇਰੀ ਕੁੰਡੀ ਖੜਕਾਈ ਹੈ, ਸਵੇਰੇ ਮਾਰਨਿੰਗ 7 ਵਜੇ ਉਹਨਾਂ ਨੇ ਕੰਮ 'ਤੇ ਨਿਕਲਣਾ, ਤਾਂ ਮੈਨੂੰ ਇਹ ਹੁੰਦਾ ਸੀ ਵੀ ਨਹੀਂ, ਮੇਰੇ ਘਰੋਂ ਕੋਈ ਬੰਦਾ, ਕੋਈ ਭੈਣ ਭਰਾ, ਕੋਈ ਬੱਚਾ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਹ ਨਾ ਕਵੇ ਉਹ ਜਾ ਕੇ ਵੀ ਲੈ ਜੀ ਅਸੀਂ ਮੈਡਮ ਕੋਲ ਗਏ ਸੀ, ਸਾਡਾ ਕੋਈ ਕੰਮ ਨਹੀਂ ਹੋਇਆ। ਸੋ ਹੁਣ ਵੀ ਮੇਰੀ ਇਹੀ ਡਿਊਟੀ ਹੈਗੀ ਹੈ। ਦੇਖੋ ਜਿਹੜੇ ਇਲੈਕਸ਼ਨ ਆ, ਉਹ ਜਿਹੜਾ ਇਲੈਕਸ਼ਨ ਦਾ ਇੱਕ ਟਾਈਮ ਜਾਂ ਦੌਰ ਹੁੰਦਾ, ਉਹ ਸਾਰਾ ਡਿਪੈਂਡ ਹੁੰਦਾ ਭੈਣ ਭਰਾਵਾਂ 'ਤੇ, ਜਿਨ੍ਹਾਂ ਨੇ ਜੇ ਸਾਨੂੰ ਉਹ ਇਸ ਕਾਬਿਲ ਸਮਝਦੇ ਆ ਵੀ ਵਾਕਈ ਇਹ ਸਾਡੇ ਕੰਮ ਆਉਣ ਵਾਲਾ ਔਰਤ ਹੈ ਜਾਂ ਵਾਕਈ ਕੰਮ ਆਉਣ ਵਾਲਾ ਬੰਦਾ, ਉਹ ਸਾਨੂੰ ਵੋਟਾਂ ਪਾ ਕੇ ਜਿਤਾਉਂਦੇ ਆ। ਸਿਰਫ ਤਾਂ ਸਿਰਫ ਉਹ ਤਾਂ ਜਿਤਾਉਂਦੇ ਆ ਵੀ ਉਹਨਾਂ ਦੇ ਛੋਟੇ-ਮੋਟੇ ਜਿਹੜੇ ਮਾੜੇ ਮੋਟੇ ਕੰਮ ਜੋ ਸਾਡੀ ਔਕਾਤ ਦੇ ਵਿੱਚ ਨੇ ਅਸੀਂ ਉਹ ਕਰ ਸਕੀਏ। ਸੋ ਮੇਰੀ ਤਾਂ ਇਹੀ ਇੱਕ ਲੋਕਾਂ ਵਾਸਤੇ, ਭੈਣ ਭਰਾਵਾਂ ਵਾਸਤੇ ਇੱਕ ਇਹੀ ਉਹ ਹੈਗੀ ਹੈ ਵੀ ਮੇਰੀ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਹੈ, ਕੋਰਟ ਦੀ, ਕਚਹਿਰੀ ਦੀ, ਪੁਲਿਸ ਸਟੇਸ਼ਨ ਦੀ, ਹੌਸਪੀਟਲ ਦੀ, ਜਾਂ ਮੇਰੇ ਤੋਂ ਸਿਗਨੇਚਰ ਦੀ ਜਾਂ ABCD ਕੋਈ ਵੀ, ਮੈਂ ਉਹਨਾਂ ਵਾਸਤੇ 24 ਆਵਰਸ ਤਿਆਰ ਰਵਾਂਗੀ। ਕੀ ਤੁਸੀਂ ਕੰਮ ਗਣਵਾ ਸਕਦੇ ਹੋ ਸ਼ਿਵਾਨੀ ਜਸਵਾਲ ਨੇ ਜੋ ਇਸ ਆਪਣੇ ਵਾਰਡ ਦੇ ਵਿੱਚ ਕਰਵਾਏ ਹੋਣ ਤੇ ਲੋਕਾਂ ਦਾ ਭਲਾ ਹੋਇਆ ਹੋਵੇ ਜੀ? ਸਰ ਮੈਂ ਸੌਰੀ ਟੂ ਸੇ ਕਹਿਣਾ ਨਹੀਂ ਚਾਹੀਦਾ, 5 ਸਾਲ ਅਸੀਂ ਉਹਨਾਂ ਨੂੰ ਦਿੱਤੇ, ਉਹਨਾਂ ਦੇ ਵਾਰਡ ਨੇ ਦਿੱਤੇ, ਉਹਨਾਂ ਦੇ ਸ਼ਹਿਰ ਨੇ ਦਿੱਤੇ, ਪਰ ਉਹਨਾਂ ਨੇ ਕੋਈ ਵੀ 5 ਸਾਲਾਂ ਦੇ ਵਿੱਚ ਕੋਈ ਇੱਕ ਸਿੰਗਲ ਕੰਮ ਉਹ ਗਿਣਾ ਦੇਣ, ਮੇਰੇ ਸਾਹਮਣੇ ਉਹਨਾਂ ਨੂੰ ਬਿਠਾ ਲਓ, ਪਬਲਿਕ ਦੇ ਸਾਹਮਣੇ ਬਿਠਾ ਲਓ ਵੀ ਕੋਈ ਵੀ ਉਹਨਾਂ ਨੇ ਕੰਮ ਕੀਤਾ ਹੋਵੇ ਆਪਣੇ ਵਾਰਡ ਦੇ ਪ੍ਰਤੀ, ਉਹਨਾਂ ਦੀ ਕੋਈ ਜ਼ਿੰਮੇਵਾਰੀ ਰਹੀ ਹੋਵੇ, ਕੋਈ ਸੜਕ ਦੀ ਲਾ ਲਓ, ਕੋਈ ਗਲੀ ਦੀ ਲਾ ਲਓ, ਕੋਈ ਗਲੀ ਮੁਹੱਲੇ ਦੀ ਲਾ ਲਓ। ਮੋਸਟ ਪ੍ਰੋਬੇਬਲੀ ਜੋ ਸਾਡਾ ਵਾਰਡ ਹੈ ਉਹ ਇੰਪਲੋਈਜ਼ ਦਾ ਹੈਗਾ, ਉਹ BBMB ਦੇ ਹੈ, ਬਟ ਫਿਰ ਵੀ ਸਾਡੀ ਡਿਊਟੀ ਬਣਦੀ ਹੈ, ਜੇ ਉਹ BBMB ਨਹੀਂ ਕਰ ਪਾਉਂਦੀ ਤਾਂ ਅਸੀਂ ਕੌਂਸਲ ਦੀ ਰਿਕੁਐਸਟ ਕਰਕੇ ਉਹਨਾਂ ਤੋਂ ਅਸੀਂ ਕੰਮ ਲੈਂਦੇ ਹਾਂ। ਮੈਂ ਹੁਣ ਵੀ ਲੈ ਰਹੀ ਹਾਂ ਜੀ ਕੰਮ, ਪਿਛਲੇ 9-10 ਮਹੀਨਿਆਂ ਤੋਂ, ਜਦੋਂ ਤੋਂ ਸਾਨੂੰ ਕੌਂਸਲ ਦੇ ਜਦੋਂ ਟਰਮ ਪੂਰੀ ਹੋਈ ਹੈ, ਉਸ ਤੋਂ ਬਾਅਦ ਜੋ ਵੀ ਕੰਮ ਸਾਨੂੰ ਸਾਡੇ ਕੈਪਟਨ ਸਾਹਿਬ ਨੇ ਜੋ ਕਿਹਾ ਵੀ ਕੌਂਸਲਾਂ ਕਰਨ ਹੁਣ ਕੰਮ, ਜਾਂ ਜੋ ਰਾਣਾ ਸਾਹਿਬ ਨੇ ਮਤਲਬ ਕਿਹਾ ਵੀ ਤੁਸੀਂ ਹੁਣ ਆਪਣੇ ਆਪਣੇ ਵਾਰਡਾਂ ਦੇ ਕੰਮ ਦੇਖੋ, ਮੇਰਾ ਖਿਆਲ ਹੈ ਵੀ ਮੈਂ ਬਹੁਤ ਜ਼ਿਆਦਾ ਉਹਨਾਂ ਦੇ ਅਕੋਰਡਿੰਗਲੀ ਜੋ ਉਹਨਾਂ ਨੂੰ 5 ਸਾਲਾਂ 'ਚ ਕਰਨੇ ਚਾਹੀਦੇ ਸੀ, ਉਹ 9 ਮਹੀਨਿਆਂ ਦੇ ਵਿੱਚ ਅਸੀਂ ਕੰਮ ਪੂਰੇ ਕੀਤੇ ਆ। ਜੇ ਅਸੀਂ ਗੱਲ ਕਰੀਏ ਕਿ ਅਜਿਹੇ ਕਿਹੜੇ ਕੰਮ ਸੀਗੇ ਜਿਹੜੇ ਉਹਨਾਂ ਨੇ ਨਹੀਂ ਕੀਤੇ ਤੇ ਤੁਸੀਂ 10 ਮਹੀਨੇ 'ਚ ਕਰਵਾਏ ਨੇ? ਇੱਕ ਤਾਂ ਜੀ ਮੇਨ ਤਾਂ ਸੀ ਜਿਹੜੀ ਸਾਡੇ ਪਿੱਛੇ ਸਟਰੀਟ ਹੀ ਹੈਗੀ ਹੈ, ਗਲੀ ਹੈ ਜਿਹੜੀ ਸ਼ਰਮਾ ਹੋਟਲ ਦੀ ਬੈਕ ਸਾਈਡ ਤੋਂ, ਮੈਟਰੋ ਹੋਟਲ ਤੋਂ ਲੈ ਕੇ ਮੇਨ ਰੋਡ ਤੋਂ ਮੰਦਰ ਤੱਕ ਹੈ, ਉਹ ਬਹੁਤ ਦੇਰ ਦੀ ਲਟਕੀ ਹੋਈ ਸੀ ਜੀ। ਇਹਨਾਂ ਨੂੰ ਬਹੁਤ ਵਾਰੀ ਐਪਲੀਕੇਸ਼ਨਸ ਵੀ ਦਿੱਤੀਆਂ, ਇਹ ਨਹੀਂ, ਜਦੋਂ ਕਿ ਪਾਸ ਹੋਈ ਸੀ ਇਹ ਕਰਵਾ ਹੀ ਨਹੀਂ ਸਕੀ। ਸੈਕਿੰਡ ਸੀ ਜੀ ਵੀ ਇਹ ਇੱਕ ਜਿਵੇਂ ਸਪੋਜ਼ ਅਸੀਂ ਗੁਰਦੁਆਰਾ ਸਾਹਿਬ ਦਾ ਇੱਕ ਬਹੁਤ ਹੀ ਵਧੀਆ ਮੇਨ ਗੇਟ ਵੀ ਬਣਵਾਇਆ, ਉਹ ਵੀ ਮੈਂ ਹੀ ਮਤਲਬ ਕਹਿ ਕੇ, ਜਾਂ ਜੋ ਵੀ ਹੈ ਕੌਂਸਲ ਵੱਲੋਂ ਬਣਿਆ ਹੈਗਾ। ਇੱਕ ਮੰਦਰ ਹੈਗਾ ਜੀ ਲక్ష్ਮੀ ਨਾਰਾਇਣ, ਉਹਦਾ ਘਾਟ ਤਿਆਰ ਕਰਵਾਇਆ ਹੈਗਾ ਜੀ ਅਸੀਂ। ਹੁਣ ਜਿਹੜੀ ਹੈਗੀ ਹੈ ਫੁੱਟਪਾਥ ਦੇ ਉੱਤੇ ਸਾਰੇ ਟਾਇਲ ਲੱਗ ਰਹੀ ਹੈ। ਬਾਕੀ ਜੋ ਬਲਾਕਾਂ ਦੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮੈਨੂੰ ਕੋਈ ਕਾਲ ਕਰਦਾ ਵੀ ਆਹ ਕੰਮ ਹੋਣਾ ਹੈ ਜੀ, ਮੈਂ ਪੂਰੀ ਤਤਪਰ ਹੋ ਕੇ ਪੂਰੀ ਆਪਣੀ ਇਮਾਨਦਾਰੀ ਨਾਲ ਉਹ ਕੰਮ ਕਰਦੀ ਹਾਂ। ਉਹਨਾਂ ਨੂੰ ਪੁੱਛ ਕੇ, ਈਵਨ ਮੈਂ ਉਹਨਾਂ ਨੂੰ ਕਾਲ ਕਰਕੇ ਵੀ ਪੁੱਛਦੀ ਹਾਂ ਵੀ ਕਿਸੇ ਨੂੰ ਕੋਈ ਜ਼ਰੂਰਤ ਹੈ, ਮੇਰਾ ਫ਼ੋਨ ਨੰਬਰ ਘਰ ਘਰ ਦੇ ਵਿੱਚ ਮੈਂ ਦਿੱਤਾ ਹੋਇਆ ਜੀ। ਮੈਂ ਨਵੇਂ ਸਾਲ ਦੇ ਵਿੱਚ ਜਿਹੜੇ ਉਹ ਕਾਰਡ ਦਿੰਦੀ ਹਾਂ, ਉਹ ਇਸੇ ਕਰਕੇ ਦਿੰਦੀ ਹਾਂ ਵੀ ਮੇਰੇ ਦੋਨੋਂ ਨੰਬਰ ਹੈ ਜਿਹੜੇ ਮੇਰੇ ਭੈਣ ਭਰਾਵਾਂ ਕੋਲ ਪਹੁੰਚ ਜਾਣ, ਤਾਂ ਕਿ ਉਹਨਾਂ ਨੂੰ ਕਦੇ ਵੀ ਕੋਈ ਪ੍ਰੋਬਲਮ ਆਉਂਦੀ ਹੋਵੇ, ਮੈਂ ਉਸ ਪ੍ਰੋਬਲਮ ਦਾ ਜਿੰਨਾ ਕੁ ਮੇਰਾ ਵਿੱਤ ਹੈ, ਮੈਂ ਉਹਦੇ ਅੰਦਰ ਰਹਿ ਕੇ ਉਹਨਾਂ ਦਾ ਸਾਰਾ ਕੰਮ ਕਰਦੀ ਹਾਂ ਜੀ। ਬਿਲਕੁਲ, ਜੇ ਅਸੀਂ ਗੱਲ ਕਰੀਏ ਤਾਂ ਇੱਕ ਸਫਾਈ ਦਾ ਮੁੱਦਾ ਬੜਾ ਸੀਗਾ ਮੇਨ ਮਾਰਕੀਟ ਦਾ, ਤੇ ਜੋ ਸ਼ਿਵਾਨੀ ਜਸਵਾਲ ਉਹ ਕਹਿ ਰਿਹਾ ਮੈਂ ਖੁਦ ਆਪਣੇ ਪੋਕਟ 'ਚੋਂ ਪੈਸੇ ਦੇ ਕੇ ਸਫਾਈ ਕਰਮਚਾਰੀ ਰੱਖੇ ਹੋਏ ਨੇ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਉਹਨਾਂ ਨੇ ਰੱਖੇ ਹੋਏ ਨੇ, ਬਹੁਤ ਵਧੀਆ ਗੱਲ ਹੈ, ਬਟ ਕੌਂਸਲ ਹਰ ਵਾਰਡ ਨੂੰ 3 ਜਾਂ 4 ਜਿਹੜੇ ਸਫਾਈ ਸੇਵਕ ਆ ਉਹ ਪ੍ਰੋਵਾਈਡ ਕਰਦੇ ਆ, ਜਿਹੜੇ ਕਿ ਉਹ ਪਿਛਲੇ 5 ਸਾਲਾਂ ਦੇ ਵਿੱਚ ਵੀ ਉਹ ਕੰਮ ਕਰਦੇ ਰਹੇ ਨੇ। ਬਾਕੀ ਜੇ ਹੁਣ ਮੈਂ ਚਾਹਾਂ ਵੀ 5 ਲੱਗੇ ਹੋਏ ਨੇ, 4 ਕੌਂਸਲ ਵੱਲੋਂ ਲੱਗੇ ਜੀ, ਮੈਂ ਆਪਾਂ ਨੂੰ ਸ਼ੋਅ ਆਫ ਕਰਨ ਨੂੰ ਮੈਂ 2 ਬੰਦਿਆਂ ਨੂੰ 5-5 ਹਜ਼ਾਰ ਰੁਪਇਆ ਦੇ ਕੇ ਮੈਂ ਲਗਾ ਦਾਂ, ਤਾਂ ਇਹਦੇ 'ਚ ਕੌਂਸਲ ਦਾ ਤਾਂ ਕੋਈ ਕਸੂਰ ਨਹੀਂ ਜੀ। ਉਹ ਤਾਂ ਮੇਰੀ ਪਰਸਨਲ ਹੋਏਗੀ ਨਾ ਜੀ, ਮੈਂ ਮਤਲਬ ਚਾਹੇ ਲੋਕਾਂ 'ਚ ਆਪਣਾ ਨਾਮ ਬਣਾਉਣ ਵਾਸਤੇ ਕਰਾਂ ਜਾਂ ਮੈਂ ਸ਼ੋਅ ਆਫ ਕਰਨ ਵਾਸਤੇ ਕਰਾਂ, ਬਟ ਮੈਨੂੰ ਮੇਨ ਕੰਮ ਦੱਸਣਾ ਜੀ। ਸਫਾਈ ਸੇਵਕ ਤਾਂ ਮੈਂ 10 ਲਾ ਦੂੰਗੀ ਜੀ, 10,000 ਕੌਂਸਲ ਦੇ ਰਹੀ ਹੈ, ਜੇ ਆਪਾਂ 5-5 ਹਜ਼ਾਰ ਲਾ ਕੇ 2 ਦੇ ਸਮਝ ਲਾਂਗੇ ਵੀ ਅਸੀਂ ਸਕੂਲ 'ਚੋਂ ਕਮਾ ਰਹੇ ਹਾਂ ਜਾਂ ਹੋਰ ਕਿਸੇ ਉਹਦੇ 'ਚੋਂ ਕਮਾ ਰਹੇ ਹਾਂ, ਅਸੀਂ ਆਪਣੇ ਨਹੀਂ ਪੱਲਿਓਂ ਦੇ ਰਹੇ ਜੀ, ਅਸੀਂ ਉਹ ਦੇਈ ਰਹੇ ਹਾਂ। ਦਿਸ ਇਜ਼ ਨਾਟ ਬਿਗ ਇਸ਼ੂ। ਇਸ਼ੂ ਇਹ ਹੈ ਵੀ ਤੁਸੀਂ ਪਬਲਿਕ ਵਾਸਤੇ ਕੀ ਕਰਦੇ ਹੋ। ਸਫਾਈ ਹੁਣ ਮੈਂ ਪਿਛਲੇ 9 ਮਹੀਨੇ ਤੋਂ ਵਰਕਰ ਸਫਾਈ ਸੇਵਕ 4-5 ਮੇਰੇ ਨਾਲ ਨੇ, ਮੈਂ ਉਹਨਾਂ ਨੂੰ ਜਿੱਥੇ ਵੀ ਕਿਸੇ ਦੇ ਕੋਈ ਕਾਲ ਆਉਂਦੀ ਹੈ ਜਾਂ ਜਿੱਥੇ ਮੈਨੂੰ ਕੋਈ ਕੂੜਾ ਕਰਕਟ ਖੁਦ ਨੂੰ ਨਜ਼ਰ ਆਉਂਦਾ, ਮੈਂ ਆਪ ਉਹਨਾਂ ਨੂੰ ਕਾਲ ਕਰਕੇ ਬੁਲਾਉਂਦੀ, ਉਹ ਆਵਾਜ਼ ਤੋਂ ਪਹਿਲਾਂ ਮੇਰੇ ਕੋਲ ਆ ਕੇ ਵਿਚਾਰੇ ਕੰਮ ਕਰਦੇ ਨੇ। ਆਪਾਂ ਕਿਵੇਂ ਡਿਨਾਈ ਕਰ ਸਕਦੇ ਹਾਂ ਵੀ ਕੌਂਸਲ ਨਹੀਂ ਕੋਈ ਕੰਮ ਕਰਦੀ।
ਅਸੀਂ ਬਿਲਕੁਲ ਜੇ ਅਸੀਂ ਗੱਲ ਕਰੀਏ ਵਿਕਾਸ ਤੁਸੀਂ ਕਰਵਾ ਰਹੇ ਹੋ 9 ਤੋਂ 10 ਮਹੀਨੇ ਦੇ ਵਿੱਚ, ਹੁਣ ਜਦੋਂ ਨੈਕਸਟ ਇਲੈਕਸ਼ਨ ਆਏਗਾ ਤਾਂ ਅਜਿਹੇ ਕਿਹੜੇ ਤੁਹਾਡੇ ਡ੍ਰੀਮ ਪ੍ਰੋਜੈਕਟ ਹੋਣਗੇ ਜਾਂ ਅਜਿਹੇ ਕਿਹੜੇ ਕੰਮ ਹੈ ਜਿਨ੍ਹਾਂ ਨੂੰ ਲੈ ਕੇ ਤੁਸੀਂ ਪਬਲਿਕ ਤੱਕ ਜਾਓਗੇ, ਉਹਨਾਂ ਨੂੰ ਬੋਲੋਗੇ ਕਿ ਜੇ ਮੈਂ ਜਿੱਤਦੀ ਹਾਂ ਤਾਂ ਮੈਂ ਇਹ ਕੰਮ ਕਰਵਾਵਾਂਗੀ, ਕਿਹੜੇ ਵਾਅਦੇ ਕਰੋਗੇ ਤੁਸੀਂ ਫਿਰ? ਦੇਖੋ ਸਰ, ਮੈਂ ਤੁਹਾਡੇ ਹਿਸਾਬ ਨਾਲ ਜੋ ਤੁਸੀਂ ਕਹਿ ਰਹੇ ਹੋ ਵੀ ਵਾਅਦੇ ਕਰਨਾ, ਵਾਅਦੇ ਤਾਂ ਹਰ ਕੋਈ ਕਰ ਲੈਂਦਾ ਹੈ। ਮਜ਼ਾ ਤਾਂ ਹੁੰਦਾ ਤੁਸੀਂ ਬਿਨਾਂ ਵਾਅਦਿਆਂ ਤੋਂ ਲੋਕਾਂ ਦੇ ਵਿੱਚ ਵਿਚਰੋ, ਤੁਸੀਂ ਬਿਨਾਂ ਵਾਅਦਿਆਂ ਤੋਂ ਲੋਕਾਂ ਦਾ ਕੰਮ ਕਰੋ। ਜਦੋਂ ਅਸੀਂ ਕਿਸੇ ਵੀ ਅਸੀਂ ਪੋਜੀਸ਼ਨ 'ਤੇ ਬੈਠ ਜਾਂਦੇ ਹਾਂ, ਅਸੀਂ ਇਹ ਸੋਚਦੇ ਹਾਂ ਵੀ ਯਾਰ ਅਸੀਂ ਆਹ ਕਿਹਾ ਸੀ, ਅਸੀਂ ਆਹ ਕਰਨਾ, ਅਸੀਂ ਉਹ ਕਰਨਾ। ਮੈਂ ਇਹ ਸੋਚਦੀ ਹਾਂ ਵੀ ਤੁਸੀਂ ਬਿਨਾਂ ਕਿਸੇ ਕੌਂਸਲਰ ਤੋਂ ਜਾਂ ਬਿਨਾਂ ਕਿਸੇ ਸੀਟ ਤੋਂ ਵੀ ਤੁਸੀਂ ਉਹ ਕੰਮ ਕਰ ਰਹੇ ਹੋ। ਜੇ ਤੁਸੀਂ ਇੱਕ ਸੀਟ 'ਤੇ ਆ ਜਾਂਦੇ ਹੋ ਫਿਰ ਤਾਂ ਤੁਹਾਡੀ ਡਬਲ ਡਿਊਟੀ ਬਣ ਜਾਂਦੀ ਹੈ, ਕਿਉਂਕਿ ਛੁੱਟ-ਪੁੱਟ ਕੋਈ ਕੰਮ ਰਹਿੰਦੇ ਹੋਣੇ ਆ ਜੀ, ਉਹ ਤਾਂ ਅਸੀਂ ਇਲੈਕਸ਼ਨ ਤੋਂ ਪਹਿਲਾਂ ਹੀ ਕਰਾ ਦੇਣੇ ਆ। ਬਾਕੀ ਜੋ ਮੇਰੇ ਵਾਰਡ ਦੇ, ਜੋ ਮੇਰੇ ਸ਼ਹਿਰ ਦੇ, ਮੈਂ ਤਾਂ ਇੱਕ ਇਕੱਲੇ ਵਾਰਡ ਨਾਲ ਵੀ ਨਹੀਂ ਬਣਦੀ। ਮੈਂ ਤਾਂ ਇਹ ਕਹਿੰਦੀ ਵੀ ਡ੍ਰੀਮ ਪ੍ਰੋਜੈਕਟ ਕੀ ਹੋਏਗਾ? ਡ੍ਰੀਮ ਪ੍ਰੋਜੈਕਟ ਤਾਂ ਇਹੀ ਹੈ ਜੀ, ਮੇਨ ਸਫਾਈ ਦਾ ਹੋਏਗਾ। ਇੱਕ ਕਾਰ ਪਾਰਕਿੰਗ ਦੀ ਮੇਨ ਮਾਰਕੀਟ ਨੂੰ ਬਹੁਤ ਜ਼ਰੂਰਤ ਹੈ। ਜਦੋਂ ਦਿਨ ਤਿਉਹਾਰ ਹੁੰਦੇ ਆ ਬਹੁਤ ਜ਼ਿਆਦਾ ਮੁਸ਼ਕਿਲ ਹੈ। ਸਾਡੀ ਗੱਲ ਚੱਲ ਵੀ ਰਹੀ ਹੈ, ਰਾਣਾ ਸਾਹਿਬ ਨੇ ਕੰਬੋਜ ਜੀ ਨੂੰ ਵੀ ਕਿਹਾ ਹੈਗਾ ਵੀ ਇੱਥੇ ਕੋਠੀਆਂ ਦੇ ਲਾਗੇ ਜਗ੍ਹਾ ਖਾਲੀ ਪਈ ਹੈ, ਮੇਬੀ ਉਹ ਵੀ ਵਿਦਿਨ ਨੋ ਟਾਈਮ ਹੋ ਜਾਵੇ। ਅਸੀਂ ਕਾਰ ਪਾਰਕਿੰਗ ਦਾ ਇੱਥੇ ਜ਼ਰੂਰ ਕਰਾਂਗੇ। ਬਾਕੀ ਜੋ ਲੋਕਾਂ ਦੀਆਂ ਛੋਟੀਆਂ ਸਹੂਲਤਾਂ ਲੋਕ ਚਾਹੁੰਦੇ ਨੇ ਵੀ ਇੱਥੇ ਆਹ ਹੋਣਾ ਚਾਹੀਦਾ, ਬਜ਼ੁਰਗਾਂ ਲਈ ਬੈਠਣ ਲਈ ਕੋਈ ਜਗ੍ਹਾ ਇੱਕ ਇੱਦਾਂ ਦੀ ਬਣਾਵਾਂਗੇ ਜਿੱਥੇ ਸਾਰੇ ਬਜ਼ੁਰਗ ਸ਼ਾਮ ਨੂੰ ਬੈਠ ਕੇ ਇੱਕ ਮਨੋਰੰਜਨ ਹੀ ਹੁੰਦਾ, ਕਿਉਂਕਿ ਫੈਮਿਲੀ ਦੇ ਵਿੱਚ ਰਹਿੰਦੇ ਆ, ਉਹ ਜੋ ਆਪਸ ਦੇ ਵਿੱਚ ਬਜ਼ੁਰਗ ਲੋਕ ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਆ, ਆਪਣਾ ਇੰਜੋਏ ਕਰ ਸਕਦੇ ਆ। ਮੇਰੀ ਉਹ ਵੀ ਪਹਿਲ ਹੈਗੀ ਹੈ। ਬਟ ਮੈਂ ਰਾਣਾ ਜੀ ਵੱਲੋਂ ਵੀ ਅਤੇ ਮੈਂ ਆਪਣੇ ਵੱਲੋਂ ਵੀ ਜੋ ਮੇਰਾ ਮੇਨ ਪ੍ਰੋਜੈਕਟ ਹੋਏਗਾ ਉਹ ਇਹ ਵੀ ਇੱਕ ਵਰਿਧ ਆਸ਼ਰਮ ਬਣਾਇਆ ਜਾਏਗਾ, ਜਿਹੜਾ ਕਿ ਮੇਰਾ ਡਰੀਮ ਹੈ। ਉਹ ਮੈਂ ਕੌਂਸਲ ਦੀ ਵੀ ਹੈਲਪ ਲਊਂਗੀ, ਮੈਂ ਰਾਣਾ ਸਾਹਿਬ ਦੀ ਵੀ ਹੈਲਪ ਲਊਂਗੀ, ਮੈਂ ਆਪਣੇ ਭੈਣ ਭਰਾਵਾਂ ਦੀ ਵੀ ਹੈਲਪ ਲਊਂਗੀ। ਮੈਂ ਜੋ ਮੇਰੇ ਤੋਂ ਵੀ ਹੋਏਗਾ ਮੈਂ ਕਰਾਂਗੀ, ਕਿਉਂਕਿ ਮੈਂ ਬਜ਼ੁਰਗਾਂ ਦੇ ਹਾਲਾਤ ਆ ਜਿਹੜੇ ਬਹੁਤ ਜ਼ਿਆਦਾ ਠੀਕ ਨਹੀਂ ਦੇਖਦੀ। ਬੜਾ ਤਰਸ ਵੀ ਆਉਂਦਾ ਹੈ ਵੀ ਉਹ ਵੀ ਵਿਚਾਰੇ ਮਾਂ ਪਿਓ ਜੇ ਉਹ ਸਾਨੂੰ ਪੈਦਾ ਨਾ ਕਰਦੇ ਤਾਂ ਅਸੀਂ ਅੱਜ ਇੱਥੇ ਨਾ ਹੁੰਦੇ। ਸੋ ਮੇਰਾ ਇਹ ਮੇਨ ਪ੍ਰੋਜੈਕਟ ਇਹ ਹੋਏਗਾ। ਬਾਕੀ ਸ਼ਹਿਰ ਦੇ ਔਰ ਵਾਰਡ ਦੇ ਤਾਂ ਜਿੰਨੇ ਵੀ ਕੋਈ ਮੈਨੂੰ ਕੰਮ ਕਹੂਗਾ ਮੈਂ ਮੋਸਟ ਪ੍ਰੋਬੇਬਲੀ ਸਾਰੇ ਕਰੂੰਗੀ। ਬੜਾ ਅੱਛਾ ਤੁਹਾਡਾ ਡ੍ਰੀਮ ਪ੍ਰੋਜੈਕਟ ਹੈ ਬ੍ਰਿਧ ਆਸ਼ਰਮ ਬਣਾਉਣ ਦਾ। ਅਤੇ ਗੱਲ ਕਰਦੇ ਹਾਂ ਸ਼ਿਵਾਨੀ ਜਸਵਾਲ, ਜਦੋਂ ਸਾਡੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਓਪੋਜੀਸ਼ਨ 'ਚ ਰਹੀ ਹਾਂ, ਇਸ ਕਰਕੇ ਮੇਰੇ ਜਿਹੜੇ ਕੰਮ ਹੈ ਉਹ ਭੇਦਭਾਵ ਰੱਖਿਆ ਗਿਆ, ਮੇਰੇ ਕੰਮ ਨਹੀਂ ਹੋਏ। ਕੀ ਤੁਸੀਂ ਮੰਨਦੇ ਹੋ ਸਹੀ ਹੈ ਜੀ? ਬਿਲਕੁਲ ਇਸ ਚੀਜ਼ ਨੂੰ ਮੈਂ ਨਕਾਰਦੀ ਹਾਂ ਜੀ। ਜੇ ਮੈਂ ਸੱਤਾ ਦੇ ਵਿੱਚ 3.5 ਸਾਲ ਜਾਂ 3 ਸਾਲ ਰਹਿ ਕੇ ਮੈਂ ਇਹ ਗੱਲ ਕਹਾਂ ਵੀ ਮੈਂ ਓਪੋਜੀਸ਼ਨ 'ਚ ਰਹੀ ਹਾਂ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ। ਤੁਸੀਂ ਜੇ ਸੱਤਾ ਦੇ ਵਿੱਚ ਰਹਿ ਕੇ ਵੀ ਆਪਣੇ ਵਾਰਡ ਦੇ ਕੰਮ ਨਹੀਂ ਕਰ ਸਕਦੇ ਫਿਰ ਤਾਂ ਮੇਰਾ ਖਿਆਲ ਹੈ ਵੀ MC ਵਾਸਤੇ ਖੜਨਾ ਹੀ ਇੱਕ ਲਾਹਨਤ ਹੈ, ਚਾਹੇ ਉਹ ਮੈਂ ਹੈ, ਚਾਹੇ ਉਹ ਸ਼ਿਵਾਨੀ ਜੀ ਹੈ, ਚਾਹੇ ਕੋਈ ਹੋਰ ਹੈ। ਉਹ ਕਹਿੰਦੇ ਨੇ ਕਿ ਜੇ ਅਸੀਂ ਥੋੜ੍ਹੇ ਬਹੁਤੇ ਕੰਮ ਕਰਵਾਏ ਆ ਤਾਂ ਕੌਂਸਲ ਨੇ ਤਾਂ ਸਾਡੇ ਕੰਮ ਕੀਤੇ ਨਹੀਂ ਹੈ, ਅਸੀਂ ਬਾਈ ਆਰਡਰ ਉੱਪਰ ਹਾਈ ਕੋਰਟ ਤੱਕ ਜਾ ਕੇ ਜਾਂ ਉੱਪਰ ਡਾਇਰੈਕਟਰ ਤੱਕ ਜਾ ਕੇ ਚਿੱਠੀਆਂ ਲਿਖੀਆਂ ਫਿਰ ਕੰਮ ਹੋਇਆ, ਅਦਰਵਾਈਜ਼ ਸਾਡੇ ਨਾਲ ਪਾਰਸ਼ੈਲਿਟੀ ਹੁੰਦੀ ਰਹੀ। ਬਿਲਕੁਲ ਵੀ ਇਸ ਗੱਲ ਨੂੰ ਮੈਂ ਮਤਲਬ ਮੰਨਣ ਨੂੰ ਤਿਆਰ ਨਹੀਂ ਹੈ ਜੀ। ਸੱਤਾ ਦੇ ਵਿੱਚ ਸੀ ਜੀ ਉਹਨਾਂ ਦਾ BJP ਦੀ ਉੱਤੇ ਕੌਂਸਲ ਬਣੀ ਹੋਈ ਸੀਗੀ, ਸਭ ਕੁਝ ਉਹਨਾਂ ਦੇ ਹੱਕ ਦਾ ਸੀ, ਪਰ ਉਹਨਾਂ ਨੇ ਕਦੇ ਤਵੱਜੋ ਹੀ ਨਹੀਂ ਦਿੱਤੀ ਵੀ ਮੈਂ ਵਾਰਡ ਲਈ ਕੁਝ ਕਰਾਂ। ਉਹਨਾਂ ਨੇ ਸਿਰਫ ਆਫੀਸਰ ਸਾਹਿਬਾਨ ਤੇ ਕੌਂਸਲ ਤੇ ਠੇਕੇਦਾਰਾਂ ਤੇ ਹਰ ਬੰਦੇ ਦੇ ਉੱਤੇ ਉਹਨਾਂ ਨੇ RTI ਪਾਈ ਹੈ, ਜਿਹੜਾ ਕਿ ਇਹ ਤੁਕੇ ਨਹੀਂ ਬਣਦਾ। ਸਾਡਾ ਫਰਜ਼ ਬਣਦਾ, ਦੇਖੋ ਮੈਂ ਕੋਈ DC ਨਹੀਂ ਲੱਗ ਜਾਂਦੀ ਜੇ ਮੈਂ ਮਿਊਨਸੀਪਲ ਕੌਂਸਲ ਬਣ ਜਾਂਦੀ ਹਾਂ। ਮੇਰੇ ਹਿਸਾਬ ਨਾਲ ਅਸੀਂ ਲੜਦੇ ਜ਼ਰੂਰ ਹਾਂ ਇਲੈਕਸ਼ਨ, ਬਟ ਮੇਰੇ ਹਿਸਾਬ ਨਾਲ ਕੋਈ ਮਿਊਨਸੀਪਲ ਕੌਂਸਲ ਕੋਈ ਐਡੀ ਵੱਡੀ ਤੋਪ ਨਹੀਂ ਹੁੰਦੀ ਵੀ ਜੇ ਅਸੀਂ ਕਿਸੇ ਨੂੰ ਆਪਾਂ ਆਫੀਸਰ ਸਾਹਿਬਾਨ ਨੂੰ ਤੰਗ ਕਰਨ ਲੱਗ ਜਾਈਏ। ਠੀਕ ਹੈ, ਜਿੱਥੇ ਤੁਹਾਨੂੰ ਲੱਗਦਾ ਹੈ ਵੀ ਕੋਈ ਗੱਲ ਕਰਦਾ, ਆਪਾਂ ਜਸਟ ਇੱਕ ਉਹਨਾਂ ਨੂੰ ਇੱਕ ਇਹ ਕਹਿ ਸਕਦੇ ਹਾਂ ਵੀ ਭਾਈ ਇੱਥੇ ਤੁਹਾਡੀ ਗਲਤੀ ਆ, ਇਹਨੂੰ ਸੁਧਾਰ ਲਓ, ਨਹੀਂ ਤਾਂ ਆਪਾਂ ਫਿਰ ਤੁਹਾਡੇ ਨਾਲ ਜੋ ਹੋਊਗਾ ਉਹ ਕਰਾਂਗੇ। ਬਟ ਆਪਾਂ 24 ਘੰਟੇ ਇੱਕੋ ਹੀ ਚੀਜ਼ RTI ਪਾਤੀ ਜੀ, ਉਹ ਪਾਤੀ ਜੀ, EO ਸਾਹਿਬ ਖਿੱਚ ਲਏ ਜੀ, ME ਸਾਹਿਬ ਖਿੱਚ ਲਏ ਜੀ, ਠੇਕੇਦਾਰ ਖਿੱਚ ਲਏ ਜੀ। ਦਿਸ ਇਜ਼ ਨਾਟ ਗੁੱਡ। ਕਹਿਣ ਦਾ ਤੁਹਾਡਾ ਮਤਲਬ ਹੈ ਕਿ ਸ਼ਿਵਾਨੀ ਠਾਕੁਰ ਨੇ ਸਿਰਫ ਮਿਊਨਸਿਪਲ ਦੇ ਜਿਹੜੇ ਅਫਸਰ ਹੈ ਉਹਨਾਂ ਨੂੰ ਪਰੇਸ਼ਾਨ ਕੀਤਾ, ਪਬਲਿਕ ਵਾਸਤੇ ਕੁਝ ਨਹੀਂ ਕੀਤਾ। ਬਿਲਕੁਲ ਜੀ, ਬਿਲਕੁਲ। ਜੇ ਅੱਜ 5 ਸਾਲਾਂ ਦੇ ਵਿੱਚ ਮੈਂ 5 ਸਾਲ ਵੀ ਛੱਡ ਕੇ ਚੱਲਦੀ ਹਾਂ ਜੀ, ਜਦੋਂ ਦੀ ਕਾਂਗਰਸ ਸਰਕਾਰ ਸਾਡੀ ਆਈ ਹੈ, ਰਾਣਾ ਸਾਹਿਬ ਸਾਡੇ ਸਪੀਕਰ ਬਣੇ ਹੈ, ਉਸ ਤੋਂ ਪਹਿਲਾਂ ਜਿਹੜਾ 3 ਸਾਲ ਦਾ ਸਮਾਂ ਸੀ, ਮੈਨੂੰ ਬੀਬੀ ਉਹ ਦੱਸੇ ਵੀ ਉਹਨੇ 3 ਸਾਲਾਂ 'ਚ ਕੀ ਕੀਤਾ। ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਉਹਨੇ ਉਹ ਸੱਤਾ 'ਚ ਸੀ ਉਦੋਂ, ਉਹ ਕੌਂਸਲ ਹੈ ਜਿਹੜੀ ਉਹ BJP ਦੀ ਸੀ। ਇਲੈਕਸ਼ਨ ਤਾਂ ਆਜ਼ਾਦ ਲੜੇ ਸੀਗੇ। ਨਹੀਂ, ਆਜ਼ਾਦ ਲੜੇ ਸੀ, ਫਿਰ ਉਹ ਹੈ ਤਾਂ BJP ਦੇ ਮੈਂਬਰ ਸੀ ਨਾ ਜੀ, ਰਲੇ ਤਾਂ ਉਹਨਾਂ 'ਚ ਹੀ ਹੈ ਨਾ ਜੀ। ਵੋਟ ਤਾਂ ਚੇਅਰਮੈਨੀ ਦੀ ਉਹਨਾਂ ਦੀ ਵੀ ਪਈ ਹੈ ਨਾ ਜੀ ਉਹਨਾਂ ਨਾਲ। ਆਜ਼ਾਦ ਇਲੈਕਸ਼ਨ ਲੜ ਕੇ ਵੀ ਜੇ ਆਪਾਂ ਸਿਰਫ ਆਪਣੇ ਉਹੀ ਦੇਖਣਾ ਹੈਗਾ ਵੀ ਯਾਰ ਸਾਡਾ ਫਾਇਦਾ ਕਿੱਥੋਂ ਹੁੰਦਾ, ਤੁਸੀਂ ਪਬਲਿਕ ਵਾਸਤੇ ਤਾਂ ਨਹੀਂ ਜੀ ਰਹੇ ਨਾ। ਫਿਰ ਬੀਇੰਗ ਏ ਲੇਡੀ, ਮੈਂ ਇਫ ਯੂ ਡੋਂਟ ਮਾਈਂਡ ਮੈਂ ਆਪਣੀ ਭੈਣ ਭਰਾਵਾਂ ਨੂੰ ਵੀ ਕਹਿੰਦੀ ਜਾਂਦੀ ਹਾਂ, ਬੀਇੰਗ ਏ ਲੇਡੀ ਮੈਂ ਮਰਦਾਂ ਵਾਂਗੂ ਚੱਲ ਕੇ ਕੰਮ ਕਰਦੀ ਹਾਂ। ਉਸ ਬੀਬੀ ਨੇ ਆਪਣੇ ਸਕੂਲ ਨਹੀਂ ਛੱਡਿਆ,
ਜਦੋਂ ਕੋਈ ਸਿਗਨੇਚਰ ਕਰਾਉਣ ਜਾਂਦਾ ਸੀ, ਜਦੋਂ ਕੋਈ ਕੰਮ ਹੁੰਦਾ ਸੀ, ਉਹ ਕਹਿੰਦੇ ਸੀ ਜੀ ਵੀ ਸਾਡੀ ਦੁਕਾਨ 'ਤੇ ਮੇਨ ਮਾਰਕੀਟ ਪੇਪਰ ਰੱਖ ਜਾਓ, ਤੁਹਾਨੂੰ ਕੱਲ੍ਹ ਨੂੰ ਮਿਲਣਗੇ। ਕਿੱਡੇ ਕੁ ਵੱਡੇ ਅਸੀਂ ਇਹਦੇ ਲੀਡਰ ਬਣ ਜਾਂਦੇ ਹਾਂ ਜੀ। ਲੀਡਰ ਵੀ ਨਹੀਂ ਇੱਦਾਂ ਕਰਦੇ। ਉਹ ਵੀ ਕਹਿੰਦੇ ਆ ਵੀ ਲਿਆਓ ਜੀ, ਜਿਹੜਾ ਬੰਦਾ ਆਇਆ ਉਹਦਾ ਫਟਾਫਟ ਕੰਮ ਕਰੋ। ਉਹ ਅਗਲਾ ਵਿਚਾਰਾ ਅਗਨਾ ਸੋਚ ਮੈਨੂੰ ਅੱਜ ਤਹਿਸੀਲ ਦੇ ਵਿੱਚ ਅੱਜ ਜ਼ਰੂਰਤ ਹੈ ਜੀ ਤੁਹਾਡੇ ਸਿਗਨੇਚਰ ਦੀ, ਮੈਂ ਤੁਹਾਨੂੰ 3 ਦਿਨ ਅੱਗੇ ਉਹ ਕਰਤਾ, ਪੋਸਟਪੋਨ ਕਰਤਾ ਵੀ ਪਹਿਲਾਂ ਦੁਕਾਨ 'ਤੇ ਰੱਖਣਗੇ ਜੀ, ਫਿਰ ਨਿਆ ਨੰਗਲ ਜਾਣਗੇ ਜੀ ਉਹ, ਫਿਰ ਉੱਥੋਂ ਸਾਈਨ ਹੋ ਕੇ ਆਉਣ ਜੀ। ਕਿੱਥੇ ਦੀ ਇਹ ਇਨਸਾਨੀਅਤ ਹੈ? ਤਾਂ VIP ਨਾਲੋਂ ਵੀ ਮੈਂ ਤਾਂ ਕਹਿੰਦੀ ਜੀ VVIP ਹੋ ਗਿਆ। ਫਿਰ ਆਉਣ ਵਾਲੇ ਇਲੈਕਸ਼ਨ 'ਚ ਇਸ ਦਾ ਕੀ ਨਤੀਜਾ ਆਏਗਾ ਜੀ ਤੁਹਾਡੇ ਮੁਤਾਬਕ? ਇਹ ਤਾਂ ਹੁਣ ਦੇਖੋ ਜੀ, ਗੱਲ ਇੱਦਾਂ ਵੀ ਸਾਡਾ ਕਹਿਣਾ ਉਹਦਾ ਦਾਵਾ ਕਰੇ ਕਿ ਮੈਨੂੰ ਹਰਾ ਨਹੀਂ ਸਕਦਾ ਕੋਈ ਨਹੀਂ। ਉਹ ਖੜਨ ਜੀ, ਫਿਰ ਅਸੀਂ ਤਾਂ ਕਹਿੰਦੇ ਆ ਵੀ ਹੁਣ ਖੜਨ, ਹੁਣ ਉਹ ਇੱਥੋਂ ਹੀ ਖੜਨ ਜੀ, 19 ਨੰਬਰ ਵਾਰਡ 'ਚ ਹੀ ਖੜਨ। ਮਜ਼ਾ ਤਾਂ ਇਸ ਚੀਜ਼ ਦਾ ਫਿਰ ਪਤਾ ਲੱਗੇਗਾ, ਕਿਉਂਕਿ ਜਿੰਨਾ ਕੁ ਮੈਂ ਲੋਕਾਂ 'ਚ ਵਿਚਰਦੀ ਹਾਂ, ਜਿੰਨਾ ਕੁ ਮੈਂ ਲੋਕਾਂ ਤੋਂ ਸੁਣਦੀ ਹਾਂ, ਉਹਦੇ ਅਕੋਰਡਿੰਗਲੀ ਉਹ ਮੇਰੇ 19 ਨੰਬਰ ਵਾਰਡ 'ਚੋਂ ਹੀ ਖੜਨ ਜੀ। ਸਵਾਦ ਆ ਜਾਊਗਾ ਇੱਕ ਵਾਰੀ ਇਲੈਕਸ਼ਨ ਲੜਨ ਦਾ। ਮੈਨੂੰ ਜਿੱਤ ਹਾਰ ਨਾਲ ਕੋਈ ਮਤਲਬ ਨਹੀਂ, ਮੈਨੂੰ ਲੋਕਾਂ ਦੀ ਸੇਵਾ ਕਰਨ ਤੱਕ ਮਤਲਬ ਹੈ। ਮੈਂ ਇਹ ਨਹੀਂ ਹੈ ਵੀ ਮੈਂ ਕੋਈ, ਮੈਨੂੰ ਮੇਰੇ ਭੈਣ ਭਰਾ ਨੰਗਲ ਦੇ ਸਾਰੇ ਜਾਣਦੇ ਆ, ਮੈਂ ਇੱਥੇ ਵਿਆਹੀ ਆਈ ਹਾਂ। ਉਹ ਵੀ ਇਸ ਸ਼ਹਿਰ ਦੀ ਧੀ ਵੀ ਹੈ, ਇਸ ਸ਼ਹਿਰ ਦੀ ਨੂੰਹ ਵੀ ਹੈ। ਉਹ ਮੇਰੇ ਬਰਾਬਰ ਖੜ ਜਾਵੇ ਜੀ। ਇਸ ਵਾਰੀ ਲੋਕਾਂ ਨੇ ਆਪੇ ਫੈਸਲਾ ਕਰ ਦੇਣਾ, ਮੈਨੂੰ ਕੁਝ ਬਹੁਤਾ ਕਹਿਣ ਦੀ ਲੋੜ ਨਹੀਂ ਪੈਣੀ। ਮੈਡਮ ਜੇ ਗੱਲ ਕਰੀਏ ਆਪਾਂ ਤਾਂ ਐਲੀਗੇਸ਼ਨ ਵੀ ਲੱਗਦੇ ਰਹੇ ਕਿ ਪਾਰਸ਼ੈਲਿਟੀ ਹੁੰਦੀ ਰਹੀ ਹੈ, ਜੋ ਕੌਂਸਲ ਹੈ ਉਹਦੇ ਪਰ ਕਰਪਸ਼ਨ ਦੇ ਵੀ ਚਾਰਜ ਲੱਗਦੇ ਰਹੇ ਹੈ। ਤੁਸੀਂ ਕਿਵੇਂ ਮੰਨਦੇ ਹੋ? ਕਿਉਂਕਿ ਓਪੋਜੀਸ਼ਨ ਦਾ ਐਲੀਗੇਸ਼ਨ ਹੈ ਕਿ ਜੋ ਇਸ ਸਮੇਂ ਕੌਂਸਲ ਸੀਗੀ ਉਹਨਾਂ ਪੇਵਰਾਂ 'ਤੇ ਪੇਵਰ ਲਗਾ ਦਿੱਤੇ ਜੀ, ਜਿਸ ਜਗ੍ਹਾ ਜ਼ਰੂਰਤ ਨਹੀਂ ਉਸ ਜਗ੍ਹਾ ਬਿਨਾਂ ਮਤਲਬ ਤੋਂ ਪੈਸਾ ਲਗਾ ਦਿੱਤਾ ਜੀ, ਪੈਸੇ ਦੀ ਬਰਬਾਦੀ ਬਹੁਤ ਹੋਈ ਹੈ। ਕੀ ਕਹਿਣਾ ਚਾਹੋਗੇ ਤੁਸੀਂ? ਇਹ ਕੌਣ ਕੁਐਸਚਨ ਕਰਦਾ ਜੀ ਵੀ ਪਾਰਸ਼ੈਲਿਟੀ ਹੋਈ ਹੈ ਔਰ ਪੇਵਰ ਲੱਗੇ ਹੈ? ਕੌਣ ਕੁਐਸਚਨ ਕਰਦਾ? ਓਪੋਜੀਸ਼ਨ BJP ਵਾਲੇ। ਕੌਣ ਓਪੋਜੀਸ਼ਨ ਜੀ? ਜਿਹੜੇ ਸੱਤਾ 'ਚ ਰਹੇ ਆ ਉਹ ਓਪੋਜੀਸ਼ਨ ਤਾਂ ਹੁਣ 1.5 ਸਾਲ ਤੋਂ ਬੈਠੇ ਹੋਣੇ ਆ, ਜਾਂ 2 ਸਾਲ ਤੋਂ ਬੈਠੇ ਹੋਣੇ ਆ, 3 ਤੋਂ ਬੈਠੇ ਹੋਣੇ ਆ। ਪਹਿਲਾਂ ਕੌਣ ਕਰਦਾ ਰਿਹਾ ਪੇਵਰਾਂ ਦਾ ਕੰਮ? ਪਹਿਲਾਂ ਕੌਣ ਕਰਪਸ਼ਨ ਕਰਦਾ ਰਿਹਾ? ਦੱਸਿਆ ਇਹ ਜਾਵੇ ਵੀ ਸਾਡੇ ਟਾਈਮ 'ਚ ਜੋ ਹੋਇਆ ਉਹ ਕਾਂਗਰਸ 'ਤੇ ਕਿਉਂ ਮੜਿਆ ਜਾ ਰਿਹਾ? ਇਹ ਜੋ ਕਰਪਸ਼ਨ ਦੀਆਂ ਗੱਲਾਂ ਜਾਂ ਜੋ ਪੇਵਰਾਂ ਦੀਆਂ ਗੱਲਾਂ ਜਾਂ ਪੱਕੇ ਫਰਸ਼ ਪੱਟ ਕੇ ਟਾਈਲਾਂ ਦੇ ਉੱਤੇ ਦੁਬਾਰਾ ਟਾਈਲਾਂ ਲਾਣੀਆਂ, ਇਹ ਸਾਰਾ ਇਹਦਾ ਸਾਰਾ ਕੰਮ ਹੈ ਜਿਹੜਾ, ਇਹ ਸਟਾਰਟਿੰਗ ਵੀ ਅਤੇ ਐਂਡ ਵੀ ਇਹ BJP ਦੇ ਰਾਜ 'ਚ ਹੀ ਹੋਇਆ। ਕਾਂਗਰਸ ਦੇ ਰਾਜ 'ਚ ਇੱਦਾਂ ਦਾ ਕੁਝ ਨਹੀਂ ਹੋ ਰਿਹਾ। ਫਿਰ ਐਲੀਗੇਸ਼ਨ ਕਿਉਂ ਲਗਾ ਰਹੇ? ਕਿਉਂਕਿ ਉਹਨਾਂ ਨੇ ਮੀਡੀਆ 'ਚ ਵੀ ਕੁਝ ਫੋਟੋ ਜਨਤਕ ਕੀਤੀਆਂ ਜਿਸ ਦੇ ਵਿੱਚ ਦੱਸਿਆ ਗਿਆ ਪੇਵਰ ਪੱਟ ਕੇ ਉੱਪਰ ਪੇਵਰ ਲਗਾ ਦਿੱਤੇ ਗਏ ਹੈ। ਇਸ ਤਰ੍ਹਾਂ ਕਿਉਂ ਕੀਤਾ ਗਿਆ ਜੀ? ਫਿਰ ਦੇਖੋ, ਜਦੋਂ ਮੈਂ ਆਪਣੀ ਕੋਈ ਵੀ ਚੀਜ਼ ਛੁਪਾਣੀ ਹੋਊਗੀ ਤਾਂ ਅੰਡਰਸਟੂਡ ਹੈ ਮੈਂ ਦੂਸਰੇ ਬੰਦੇ 'ਤੇ ਉਸ ਚੀਜ਼ ਨੂੰ ਸੁੱਟਾਂਗੀ ਬਈ ਜੀ ਮੈਂ ਦੇਖੋ ਜੀ ਮੇਰੇ ਰਾਜ 'ਚ ਆ ਨਹੀਂ ਹੋਇਆ, ਹੁਣ ਇਹ ਇੱਦਾਂ ਕਰਦਾ ਪਿਆ। ਬਟ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋ ਸਕਦਾ ਅਤੇ ਹੋਇਆ। ਈਵਨ ਦੈਨ ਜਦੋਂ ਦੀ ਕਾਂਗਰਸ ਦੀ ਕੌਂਸਲ ਦੇ ਵਿੱਚ ਇੱਕ ਐਂਟਰੀ ਹੋਈ ਹੈ, ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੋਇਆ ਹੈਗਾ ਕਿ ਲਓ ਜੀ ਇਹ ਪੇਵਰ ਪੱਟ ਕੇ ਦੁਬਾਰਾ ਪੇਵਰ ਲੱਗ ਰਹੇ ਨੇ, ਇਹ ਆ ਉੱਥੇ ਕਰਪਸ਼ਨ ਹੋ ਰਹੀ ਹੈ ਜੀ, ਜਾਂ ਉੱਥੇ ਕਰਪਸ਼ਨ ਕਿਸ ਮਹਿਕਮੇ 'ਚ ਨਹੀਂ ਜੀ ਹੁੰਦੀ ਕਰਪਸ਼ਨ? ਥੋੜ੍ਹੀ ਬਹੁਤੀ ਹਰ ਪਾਸੇ ਚੱਲਦੀ ਹੈ। ਜਦੋਂ ਤੁਸੀਂ ਸੱਤਾ ਦੇ ਵਿੱਚ ਉਦੋਂ ਕਰਪਸ਼ਨ ਘੱਟ ਹੁੰਦੀ ਹੈ ਜੀ। ਤੁਸੀਂ ਤਾਂ ਉਹ ਤਾਂ ਖੁਦ ਕਰਪਸ਼ਨ ਕਰਦੇ ਰਹੇ ਆ ਵਿੱਚ ਬੈਠ ਕੇ। ਜੇ ਮੈਂ ਹੁਣ ਕਹਾਂ ਵੀ ਕਿਸ ਤਰ੍ਹਾਂ ਕਰਪਸ਼ਨ ਇਹੀ ਹੁੰਦੀ ਹੈ ਨਾ ਜੀ ਵੀ ਕਰਪਸ਼ਨ ਆਪਾਂ ਵਿੱਚ ਬੈਠੇ ਹੋਏ ਹਾਂ ਜੀ, ਆਪਾਂ ਨੂੰ ਸਾਰੇ ਭੇਤ ਆ ਜੀ, ਆਪਾਂ ਕਿਤੇ ਵੀ ਜਾ ਕੇ ਕੁਝ ਵੀ ਕਰ ਸਕਦੇ ਬਲੈਕਮੇਲ ਕਰਕੇ। ਜਿੱਦਾਂ ਹੁਣ ਲੇਟੈਸਟ ਜੇ ਅਸੀਂ ਗੱਲ ਕਰ ਲਈਏ ਤਾਂ BJP ਨੇ ਇੱਕ ਐਲੀਗੇਸ਼ਨ ਵੀ ਲਗਾਇਆ ਕਿ 26 ਕਰੋੜ ਦੇ ਜਿਹੜੇ ਟੈਂਡਰ ਹੈ ਆਪਣੇ ਜਿਹੜੇ ਜਾਣ ਪਛਾਣ ਵਾਲੇ ਪਟਿਆਲੇ ਤੋਂ ਕੋਈ ਠੇਕੇਦਾਰ ਹੈ ਉਹਨਾਂ ਨੂੰ ਦੇ ਦਿੱਤੇ ਗਏ ਹੈ, ਆਨਲਾਈਨ ਹੀ ਉਹਨਾਂ ਨੂੰ ਕੀਤਾ ਗਿਆ। ਸਭ ਤੋਂ ਵੱਡਾ ਐਲੀਗੇਸ਼ਨ ਲੱਗ ਰਿਹਾ ਜੀ ਇਸ ਵੇਲੇ। ਨਹੀਂ ਸਰ, ਇਸ ਤਰ੍ਹਾਂ ਕੁਝ ਨਹੀਂ ਹੁੰਦਾ। ਆਨਲਾਈਨ ਜਿਹੜਾ ਵੀ ਕੋਈ ਕੰਟਰੈਕਟ ਭਰਦਾ ਹੈ, ਜਿਹੜਾ ਐਲੀਜੀਬਲ ਲੱਗਦਾ ਹੈ ਵੀ ਇਹ ਕੰਮ ਕਰ ਸਕਦਾ ਹੈ, ਅੱਗੇ ਕਰ ਰਿਹਾ ਹੈ, ਇਹ ਅੱਛਾ ਵਰਕ ਕਰ ਰਿਹਾ, ਠੇਕਾ ਉਹਨੂੰ ਹੀ ਮਿਲਦਾ। ਕੋਈ ਇੱਥੇ ਜੇ ਲੋਕਲ ਦਾ ਕਰਨਾ ਹੋਵੇ ਤਾਂ ਆਪਾਂ ਫਿਰ ਲੋਕਲ ਬੰਦੇ ਕਿਉਂ, ਉਹਨਾਂ ਨੂੰ ਕਿਉਂ ਨਾ ਦੇਣ? ਜੇ ਆਪਾਂ ਇਹ ਸੋਚੀਏ ਵੀ ਕਰਪਸ਼ਨ ਕਰਨੀ ਹੈ ਜੀ, ਸਾਡਾ ਬੰਦਾ ਹੈ ਲੋਕਲ, ਇਹ ਕੰਮ ਕਰੇਗਾ ਤਾਂ ਇਹ ਖਾਏਗਾ ਤਾਂ ਇਹ ਖਿਲਾਏਗਾ, ਉਹ ਲੋਕਲ ਕਿਉਂ ਨਹੀਂ ਕਰੇਗਾ? ਫਿਰ ਉਹ ਪਟਿਆਲੇ ਦੇ ਆ, ਅੰਬਾਲੇ ਦੇ ਆ, ਕਿਤੋਂ ਹੋਰ ਕਿਉਂ ਆਉਣਗੇ? ਈ ਟੈਂਡਰਿੰਗ ਕਿਉਂ ਸ਼ੋਰ ਮਚਾ ਰਿਹਾ ਕਿ ਆਪਣੇ ਨੂੰ ਦਿੱਤੀ ਗਈ ਹੈ? ਕੀ ਮਕਸਦ ਹੈ? ਉਹ ਤਾਂ ਹੁਣ ਤੁਸੀਂ ਦੇਖੋ, ਖੁਦ ਸਮਝਦਾਰ ਹੋ ਕਿ ਜਦੋਂ ਮੈਂ ਸੱਤਾ 'ਚ ਨਹੀਂ ਹੈ, ਪਹਿਲਾਂ ਤਾਂ ਮੈਂ 3 ਸਾਲ ਮਜ਼ੇ ਲੱਡੂ ਖਾ ਲਏ ਸੱਤਾ 'ਚ ਰਹਿ ਕੇ, ਫਿਰ ਮੈਂ ਸੱਤਾ 'ਚ ਬਾਹਰ ਹੋ ਕੇ ਵੀ ਮੈਂ ਚਾਹਾਂ ਵੀ ਮੇਰੀ ਹੀ ਚੱਲਣੀ ਚਾਹੀਦੀ ਹੈ ਜਾਂ ਜੋ ਮੈਂ ਕਹਿ ਰਹੀ ਹਾਂ ਉਹ ਸੱਚ ਕਹਿ ਰਹੀ ਹਾਂ, ਇਹ ਚੀਜ਼ਾਂ ਮਾਇਨਾ ਨਹੀਂ ਰੱਖਦੀਆਂ ਕੋਈ। ਆਪਾਂ ਸਿਰਫ ਇੱਕ ਵਿਕਾਸ ਵੱਲ ਦੇਖੀਏ, ਆਪਾਂ ਆਪਣੇ ਵਾਰਡਾਂ ਵੱਲ ਦੇਖੀਏ, ਆਪਾਂ ਆਪਣੇ ਕੰਮਾਂ ਵੱਲ ਦੇਖੀਏ, ਆਪਾਂ ਹਾਈ ਲੈਵਲ ਦੀ ਰਾਜਨੀਤੀ ਕਿਉਂ ਕਰਦੇ ਹਾਂ? ਇਹ ਓਨਲੀ ਰਾਜਨੀਤੀ ਹੈ। ਇਹ ਸਿਰਫ ਇੱਕ ਮਤਲਬ ਇੱਕ ਬਦਨਾਮੀ ਕਰਨ ਵਾਸਤੇ ਕੋਈ ਹੋਰ ਮੁੱਦਾ ਨਹੀਂ ਨਾ ਲੱਭਦਾ, ਕਿਉਂਕਿ ਉਦੋਂ ਦੇ ਕੰਮ ਹੋ ਰਹੇ ਆ, ਹਰ ਕੁਝ ਹੋ ਰਿਹਾ, ਪੂਰੇ ਨੰਗਲ ਸ਼ਹਿਰ ਦਾ ਵਿਕਾਸ ਹੋ ਰਿਹਾ, ਹਰ ਵਾਰਡ ਦਾ ਵਿਕਾਸ ਹੋ ਰਿਹਾ, ਜਦੋਂ ਕਿ ਇਹ ਸੱਤਾ 'ਚ ਬੈਠੇ ਲੋਕਾਂ ਨੂੰ ਅੱਜ ਤੋਂ 3 ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ, ਬਟ ਨਹੀਂ ਹੋਇਆ। ਉਹ ਹੁਣ ਹੋ ਰਿਹਾ। ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਔਰ ਕਾਂਗਰਸ ਦੇ ਰਾਜ ਦੇ ਵਿੱਚ, ਕਾਂਗਰਸ ਦੀ ਕੌਂਸਲ ਦੇ ਵਿੱਚ ਇੰਟਰਫੇਰੈਂਸ ਕਾਰਨ ਹੋ ਰਿਹਾ। ਪਹਿਲਾਂ 3 ਸਾਲ ਇਹ ਕੰਮ ਹੋਣੇ ਚਾਹੀਦੇ ਸੀ, ਜਦੋਂ ਇਹ ਆਪਣਾ ਜਿਹੜੇ ਹੈਗੇ ਪੁਰੀ ਸਾਹਿਬ ਪ੍ਰਧਾਨ ਸੀਗੇ ਅਤੇ ਇਹ ਸਾਰੇ ਮਲਾਈਆਂ ਚੱਟਣ ਵਾਲੇ ਸੀਗੇ, ਇਹ ਉਦੋਂ ਕਿਉਂ ਨਹੀਂ ਵਿਕਾਸ ਹੋਇਆ?
ਹੁਣ ਕਿਉਂ ਵਿਕਾਸ ਹੋ ਰਿਹਾ, ਹੁਣ ਕਿਉਂ ਨੰਗਲ ਦੇ ਹਰ ਵਾਰਡ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ, ਤੁਸੀਂ ਹਰ MC ਦੀ ਇੰਟਰਵਿਊ ਲੈਣੀ ਹੈਗੀ, ਤੁਹਾਨੂੰ ਸਾਰੇ ਦੱਸਣਗੇ ਵੀ ਕੀ ਕੰਮ ਹੋ ਰਹੇ ਆ। ਇੱਕ ਕਿਹਾ ਜਾ ਰਿਹਾ ਕਿ ਨੰਗਲ ਪੇਵਰਾਂ ਦਾ ਸ਼ਹਿਰ ਬਣ ਗਿਆ ਜੀ, ਗ੍ਰੀਨਰੀ ਨੂੰ ਵੀ ਖਤਮ ਕਰ ਦਿੱਤਾ ਗਿਆ, ਬੂਟੇ ਕੱਟ ਕੇ ਪੇਵਰ ਲਗਾ ਦਿੱਤੇ ਗਏ ਜੀ, ਇਹ ਵੀ ਐਲੀਗੇਸ਼ਨ ਲੱਗ ਰਿਹਾ, ਕੀ ਕਹੋਗੇ ਇਹਦੇ ਬਾਰੇ? ਦੇਖੋ ਹੈ ਇਹਦੇ ਵਿੱਚ ਥੋੜ੍ਹੀ ਸੱਚਾਈ ਹੈ, ਬਟ ਇਹ ਸ਼ੁਰੂ ਕਿਹਨੇ ਕੀਤਾ ਸੀ? ਇਹ ਜਦੋਂ ਆਪਣਾ ਰਾਜਾ ਜੀ ਸੀਗੇ ਪ੍ਰਧਾਨ, ਇਹ ਉਦੋਂ ਤੋਂ ਕੰਮ ਸ਼ੁਰੂ ਹੋਇਆ ਪਿਛਲੇ 3 ਸਾਲਾਂ ਦੇ ਵਿੱਚ ਵੀ ਉਹੀ ਕੁਝ ਹੋਇਆ। ਬਟ ਹੁਣ ਸਾਨੂੰ ਜੇ ਕੋਈ ਇਹਨਾਂ ਨੂੰ ਲੱਗਦਾ ਵੀ ਹੁਣ ਕਾਂਗਰਸ ਕਰਵਾ ਰਹੀ ਹੈ ਜਾਂ ਕਾਂਗਰਸ ਦੇ ਰਾਜ 'ਚ ਹੋ ਰਿਹਾ, ਸਾਨੂੰ ਦੱਸਣ, ਅਸੀਂ ਅੱਗੇ ਗੱਲ ਪਹੁੰਚਾਵਾਂਗੇ, ਉਹਨਾਂ ਦੀ ਗੱਲ 'ਤੇ ਪੂਰਾ ਗੌਰ ਕੀਤਾ ਜਾਊਗਾ। ਰਾਣਾ ਸਾਹਿਬ ਉਹਨਾਂ ਦੀ ਅਸੀਂ ਜੋ ਵੀ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਗਲਤ ਹੋ ਰਿਹਾ, ਉੱਥੇ ਉਸੇ ਵੇਲੇ ਰੋਕਥਾਮ ਕਰ ਦਿੰਦੇ ਨੇ, ਉਹ ਅੱਗੇ ਉਹ ਕੰਮ ਹੋਣ ਨਹੀਂ ਦਿੰਦੇ। ਜਿੱਥੇ ਉਹਨਾਂ ਨੂੰ ਲੱਗਦਾ ਹੋਵੇ ਵੀ ਕੋਈ ਸ਼ਹਿਰ ਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ, ਉਹ ਉਸ ਚੀਜ਼ ਨੂੰ ਨੱਥ ਪਾ ਲੈਂਦੇ ਨੇ। ਜੀ ਬਿਲਕੁਲ। ਇੱਕ ਅਸੀਂ ਜੇ ਗੱਲ ਕਰੀਏ ਕਰਪਸ਼ਨ ਦਾ, ਇੱਕ ਬਹੁਤ ਵੱਡਾ ਤੁਹਾਡੇ ਹੀ ਵਾਰਡ ਦੇ ਵਿੱਚ ਪੈਂਦਾ ਜੀ, ਸਤਲੁਜ ਪਾਰਕ ਦੇ ਵਿੱਚ ਸਵੀਮਿੰਗ ਪੂਲ ਬਣਿਆ ਸੀਗਾ ਜੀ, ਬਿਲਕੁਲ ਕਰੋੜਾਂ ਰੁਪਇਆ ਲੱਗ ਗਿਆ ਜੀ, ਪਰ ਅੱਜ ਤੱਕ ਨਹੀਂ ਚੱਲ ਪਾਇਆ। ਤੁਸੀਂ ਕਦੇ ਇਸ ਦੇ ਖਿਲਾਫ ਆਵਾਜ਼ ਉਠਾਈ? ਕਿਉਂਕਿ ਜਦੋਂ ਸਵੀਮਿੰਗ ਪੂਲ ਬਣਿਆ ਸੀ ਤੁਸੀਂ ਓਪੋਜੀਸ਼ਨ ਸੀਗੇ, ਆਵਾਜ਼ ਉਠਾਈ ਕਦੇ ਤੁਸੀਂ ਇਸ ਸੰਬੰਧ ਵਿੱਚ? ਮੈਂ ਸਰ ਪਿਛਲੇ 5 ਸਾਲਾਂ ਦੇ ਵਿੱਚ ਜਦੋਂ MC ਕੋਈ ਹੋਰ ਰਿਹਾ ਹੈ ਮੇਰੀ ਜਗ੍ਹਾ, ਮੈਂ ਇੰਟਰਫੇਰੈਂਸ ਕਰਨਾ ਇਸ ਕਰਕੇ ਠੀਕ ਨਹੀਂ ਸਮਝਿਆ। ਇੰਟਰਫੇਰੈਂਸ ਕਰਨ ਨੂੰ ਸਾਡਾ ਸ਼ਹਿਰ, ਅਸੀਂ ਸ਼ਹਿਰ ਵਾਸਤੇ ਕਰਨੀ ਹੈ, ਬਟ ਮੈਂ ਇਸ ਕਰਕੇ ਠੀਕ ਨਹੀਂ ਸਮਝਿਆ ਕਿਉਂਕਿ ਉਹ ਬੀਬੀ ਬਣੀ ਹੈ, ਉਹ ਆਪਣੇ ਵਾਰਡ ਦਾ ਦੇਖੋ ਕੀ ਕਰਦੀ ਹੈ। ਮੈਂ ਤਾਂ 5 ਸਾਲ ਮੇਰਾ ਖਿਆਲ ਹੈ ਵੀ ਕੌਂਸਲ ਦੀ ਪੌੜੀ ਵੀ ਨਹੀਂ ਚੜ੍ਹੀ ਜਾ ਕੇ। ਮੈਨੂੰ ਇਹ ਸੀ ਵੀ ਮੈਂ ਕਿਸੇ ਦੀ ਗੱਲ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨਾ, ਅਸੀਂ ਇਹ ਦੇਖਣਾ। ਉਸ ਤੋਂ ਪਹਿਲਾਂ ਦੀ ਗੱਲ ਕਰ ਰਿਹਾ, ਜਦੋਂ ਤੁਸੀਂ ਕਾਉਂਸਲਰ ਸੀਗੇ ਨਾ, ਉਸ ਸਮੇਂ ਬਣਿਆ ਸੀਗਾ ਜੀ ਸਵੀਮਿੰਗ ਪੂਲ। ਉਸ ਸਮੇਂ ਤੁਸੀਂ ਮੁੱਦਾ ਉਠਾਇਆ ਕਿ ਕਰੋੜਾਂ ਰੁਪਇਆ ਪਬਲਿਕ ਦਾ ਵੇਸਟ ਹੋ ਗਿਆ ਜੀ, ਤੁਸੀਂ ਆਵਾਜ਼ ਉਠਾਈ ਇਹਦੇ ਪ੍ਰਤੀ? ਮੈਂ ਬਿਲਕੁਲ, ਜਦੋਂ ਮੈਂ ਕਾਉਂਸਲਰ ਸੀ ਜੀ, ਅਸੀਂ ਆਵਾਜ਼ ਉਠਾਈ ਹੈ, ਈਵਨ ਦੈਨ ਅਸੀਂ ਦਿਖਾਇਆ ਵੀ ਉਹਨਾਂ ਨੂੰ ਲਿਜਾ ਕੇ। ਪਰ ਹੁਣ ਇਹ ਕਰਨਾ ਤਾਂ ਉਹੀ ਹੈ ਨਾ ਜਿਹੜੇ ਬੈਠੇ ਆ ਸੀਟ ਦੇ ਉੱਤੇ, ਕੰਮ ਤਾਂ ਉਹਨਾਂ ਨੇ ਕਰਨੇ ਆ ਨਾ। ਅਸੀਂ ਤਾਂ ਐਪਲੀਕੇਸ਼ਨਸ ਦੇ ਐਪਲੀਕੇਸ਼ਨ ਸਿਗਨੇਚਰ ਕਰਾ ਕੇ ਦਿੰਦੇ ਰਹੇ ਹਾਂ। ਬਟ ਜਦੋਂ ਮੈਂ ਮਿਊਨਿਸਪਲ ਕੌਂਸਲਰ ਸੀਗੀ, ਉਦੋਂ ਰਾਜਾ ਭਾਜੀ ਸੀਗੇ ਜਿਹੜੇ ਉਹ ਚੇਅਰਮੈਨ ਸੀਗੇ, ਉਦੋਂ ਵੀ ਤੂਤੀ ਉਹਨਾਂ ਦੀ ਉਹ ਬੋਲਦੀ ਸੀ। ਕਿਉਂਕਿ ਜੇ ਕਾਂਗਰਸ ਦੀ ਕੌਂਸਲ ਹੋਵੇ, ਅਸੀਂ ਕੌਂਸਲਰ ਹੋਈਏ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕੋਈ ਕੰਮ ਸਾਡਾ ਨਾ ਹੋਵੇ। ਅਸੀਂ ਜਿਵੇਂ ਮਰਜ਼ੀ ਕਰਵਾਈਏ, ਅਸੀਂ ਕਰਵਾਉਂਦੇ ਹਾਂ, ਕਰਵਾਵਾਂਗੇ ਵੀ ਅੱਗੇ। ਪਰ ਸਵੀਮਿੰਗ ਪੂਲ ਦੀ ਜੇ ਗੱਲ ਕਰੀਏ ਤਾਂ ਸਿੱਧੂ ਸਾਹਿਬ ਆਏ ਸੀਗੇ ਉਰੇ ਕੁਝ ਟਾਈਮ, ਉਹਨਾਂ ਨੇ ਖਾਸ ਕਰਕੇ ਇਸ ਸਵੀਮਿੰਗ ਪੂਲ ਦਾ ਵਿਜ਼ਿਟ ਵੀ ਕੀਤਾ ਹੈ। ਕਰੋੜਾਂ ਰੁਪਏ ਲੱਗੇ, ਉਹਨਾਂ ਨੇ ਖੁਦ ਮੰਨਿਆ ਕਿ ਕਰੋੜਾਂ ਰੁਪਏ ਇਸ ਜਗ੍ਹਾ 'ਤੇ ਨਹੀਂ ਲੱਗਿਆ। ਜੇ ਸਵੀਮਿੰਗ ਪੂਲ ਤੁਸੀਂ ਵੇਖਣਾ, ਤੁਸੀਂ ਮੇਰੀ ਕੋਠੀ ਆਓ, ਤੁਸੀਂ ਵੇਖੋ ਸਵੀਮਿੰਗ ਪੂਲ ਕਿਸ ਤਰ੍ਹਾਂ ਦੇ ਹੁੰਦੇ ਨੇ। ਅਤੇ ਉਸ ਸਮੇਂ ਉਹਨਾਂ ਨੇ ਬੋਲਿਆ ਸੀਗਾ ਕਿ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਮੌਜੂਦਾ ਸਰਕਾਰ ਤੁਹਾਡੀ ਸੀਗੀ, ਮੌਜੂਦਾ ਕੌਂਸਲਰ ਤੁਹਾਡੇ ਸੀਗੇ, ਸੱਤਾ ਪਾਰਟੀ ਤੁਹਾਡੀ, ਪਰ ਕਿਉਂ ਨਹੀਂ ਐਕਸ਼ਨ ਹੋਇਆ ਜੀ ਫਿਰ ਹੁਣ ਤੱਕ? ਕਿਉਂ ਜਿਹੜੇ ਆਰੋਪੀ ਆ ਬਚ ਰਹੇ ਆ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਵੀ ਜਦੋਂ ਸਿੱਧੂ ਸਾਹਿਬ ਆਏ ਸੀ, ਅਸੀਂ ਵੀ ਉਹਨਾਂ ਦੇ ਨਾਲ ਹੀ ਗਏ ਸੀ, ਅਸੀਂ ਦੇਖਿਆ ਸੀ ਸਾਰਾ ਕੁਝ। ਰਾਣਾ ਸਾਹਿਬ ਨੇ ਉਹਨਾਂ ਨੂੰ ਦੱਸਿਆ ਸੀ ਵੀ ਇਹ ਕੁਝ ਹੋ ਰਿਹਾ, ਬਟ ਪਤਾ ਨਹੀਂ ਕੁਝ ਕੀ ਕਾਰਨ ਹੋ ਸਕਦੇ ਆ ਵੀ ਜਿਹੜੇ ਉਹ ਹਜੇ ਤੱਕ ਕੋਈ ਐਕਸ਼ਨ ਨਹੀਂ ਉੱਤੇ ਲਿਆ ਗਿਆ ਹੈ ਨਾ। ਮੈਂ ਐਕਚੁਅਲੀ ਬਰੀਫਲੀ ਪੁੱਛਿਆ ਵੀ ਹੈ ਨਹੀਂ ਹੈ ਕਦੇ, ਪਰ ਹੁਣ ਤੁਸੀਂ ਇਹ ਮੇਰੇ ਧਿਆਨ 'ਚ ਲਿਆਂਦਾ, ਮੈਂ ਡੈਫੀਨੇਟਲੀ ਮੈਂ EO ਸਾਹਿਬ ਨੂੰ ਨਾਲ ਗੱਲ ਕਰਕੇ ਪੁੱਛੂੰਗੀ ਵੀ ਉਹਦਾ ਜਿਹੜਾ ਹੈਗਾ ਜੀ ਉਹਦਾ ਕੋਈ ਹੱਲ ਕਿਉਂ ਨਹੀਂ ਕੱਢਿਆ ਜਾ ਰਿਹਾ। ਕਿਉਂਕਿ ਲੋਕਾਂ ਦਾ ਪੈਸਾ ਹੈ, ਲੋਕਾਂ ਦਾ ਪੈਸਾ ਅਸੀਂ ਅਨਸੈਸਰਲੀ ਯੂਜ਼ ਕਰੀਏ, ਇਹ ਸਾਨੂੰ ਸ਼ੋਭਾ ਨਹੀਂ ਦਿੰਦਾ। ਬਹੁਤ ਮਿਹਨਤ ਦੀ ਕਮਾਈ ਹੈ ਮੇਰੇ ਭੈਣ ਭਰਾਵਾਂ ਦੀ, ਸਾਰੇ ਇੰਪਲੋਈਜ਼ ਨੇ। ਬੜਾ ਜਿਹੜੇ ਉਸ ਦੇ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰੋਗੇ? ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ। ਜਿਹੜੇ ਚਾਹੇ ਉਹ ਕੋਈ ਵੀ ਹੋਵੇ, ਚਾਹੇ ਕਾਂਗਰਸੀ ਹੋਵੇ, ਚਾਹੇ BJP ਦਾ ਹੋਵੇ, ਚਾਹੇ ਕੋਈ ਵੀ, ਬਿਲਕੁਲ ਅਸੀਂ ਮਤਲਬ ਉਹਨਾਂ ਦੇ ਅਗੇਂਸਟ ਕਾਰਵਾਈ ਦੀ ਬਿਲਕੁਲ। ਜੇ ਅਸੀਂ ਗੱਲ ਕਰੀਏ ਮੈਡਮ, ਤੁਹਾਡਾ 19 ਨੰਬਰ ਵਾਰਡ ਹੈ, ਲੀਜ਼ ਦਾ ਬੜਾ ਤਕੜਾ ਮੁੱਦਾ ਇਸ ਵਾਰਡ ਦੇ ਵਿੱਚ ਚੱਲਦਾ ਹੈ ਕਿ BBMB ਨਾਲ ਸਥਾਨਕ ਵਾਸੀਆਂ ਦੀ ਜੋ ਲੀਜ਼ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਅਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਮਾਮਲੇ ਨੂੰ ਕਿਸ ਤਰ੍ਹਾਂ ਸੌਟ ਆਊਟ ਕੀਤਾ ਜਾ ਸਕਦਾ ਹੈ? ਦੇਖੋ, ਅਸੀਂ ਵੀ ਲੀਜ਼ ਦੇ ਮਕਾਨਾਂ 'ਚ ਹੀ ਬੈਠੇ ਹਾਂ, ਸਾਨੂੰ ਵੀ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਹੈਗਾ ਕਿ ਲੀਜ਼ ਦਾ ਮਸਲਾ ਹੱਲ ਨਹੀਂ ਹੋ ਰਿਹਾ। ਪਰ ਬਹੁਤ ਲੰਬੇ ਸਮੇਂ ਤੋਂ ਸਪੀਕਰ ਸਾਹਿਬ ਪੂਰੀ ਤਨਦੇਹੀ ਨਾਲ ਇਸ ਚੀਜ਼ ਨੂੰ ਹੱਲ ਕਰਨ ਦੇ ਵਿੱਚ ਲੱਗੇ ਹੋਏ ਆ। ਸਾਨੂੰ ਲੱਗਦਾ ਹੈ ਕਿ ਬਹੁਤ ਜਲਦੀ ਲੀਜ਼ ਦਾ ਮਸਲਾ ਜਿਹੜਾ ਹੱਲ ਹੋ ਜਾਊਗਾ। ਪਰ ਇਹ ਪਿਛਲੇ ਦਿਨ ਹੀ ਜਦੋਂ ਪ੍ਰਧਾਨਗੀ ਦੀ ਉਹ ਹੋਈ ਸੀਗੀ ਮੀਟਿੰਗ ਇੱਕ ਸਾਡੀ ਮੇਨ ਮਾਰਕੀਟ ਦੇ ਵਿੱਚ, ਉਹਦੇ ਵਿੱਚ ਜਿਹੜੇ ਪਹਿਲੇ ਸਾਬਕਾ ਪ੍ਰਧਾਨ ਸੀਗੇ ਉਹਨਾਂ ਨੇ ਇਹ ਕਿਹਾ ਸੀ ਵੀ ਨਾ ਇਹ ਮਿੱਤਲ ਸਾਹਿਬ ਨੇ ਹੱਲ ਕੀਤਾ ਅਤੇ ਨਾ ਇਹ ਕੀਤਾ ਰਾਣਾ ਸਾਹਿਬ ਨੇ ਹੱਲ। ਫਿਰ ਮੈਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ ਸੀ ਵੀ ਵੀਰ, ਕੀ ਤੁਸੀਂ ਹੱਲ ਕਰੋਗੇ ਇਸ ਮਸਲੇ ਨੂੰ? ਜੇ ਮੰਤਰੀ ਸਾਹਿਬਾਨ ਨਹੀਂ ਹੱਲ ਕਰ ਸਕਦੇ ਤਾਂ ਆਪਾਂ ਆਮ ਪਬਲਿਕ ਥੋੜ੍ਹੀ ਹੱਲ ਕਰੂਗੀ। ਦੇਖੋ, ਹੱਲ ਤਾਂ ਇਹ ਸੈਂਟਰ ਤੋਂ ਹੀ ਹੋਣਾ, ਔਰ ਸੈਂਟਰ ਦੇ ਵਿੱਚ ਤੁਹਾਨੂੰ ਪਤਾ ਹੈਗਾ ਵੀ ਰਾਣਾ ਸਾਹਿਬ ਆਪਣੇ MP ਸਾਹਿਬ ਨੂੰ ਨਾਲ ਲੈ ਕੇ
ਇਹੀ ਉਹੀ ਮਸਲਾ ਉਹਨਾਂ ਨਾਲ ਉਹ ਡਿਸਕਸ ਕਰਦੇ ਨੇ ਹਮੇਸ਼ਾ ਵੀ ਸਾਡੇ ਜਿਹੜੇ ਬਾਜ਼ਾਰ ਦੇ ਲੋਕ ਨੇ ਆ ਜੋ ਲੀਜ਼ ਦੇ ਜਿੱਥੇ ਜਿੱਥੇ ਵੀ ਲੀਜ਼ ਦਾ ਮਸਲਾ ਹੈ ਵੀ ਉਹਨੂੰ ਕਾਈਂਡਲੀ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਜੋ ਵੀ ਯਥਾਰਥ ਅਨੁਸਾਰ ਉਹ ਜਲਦੀ ਤੋਂ ਜਲਦੀ ਹੱਲ ਕਰਵਾਵਾਂਗੇ। ਅਸੀਂ ਵੀ ਨਾਲ ਲੱਗ ਕੇ ਰਿਕੁਐਸਟ ਕਰਾਂਗੇ ਰਾਣਾ ਸਾਹਿਬ ਦੀ ਵੀ ਅਤੇ ਅੱਗੇ MP ਸਾਹਿਬ ਦੀ ਵੀ, ਕਿਉਂਕਿ ਇਹ ਬਹੁਤ ਵੱਡਾ ਮਸਲਾ ਇੱਕ ਨੰਗਲ ਦਾ, ਇਹ ਜ਼ਰੂਰ ਹੱਲ ਹੋਣਾ ਚਾਹੀਦਾ। ਸਦੀਆਂ ਦੇ ਬੈਠੇ ਆ ਲੋਕ, ਬਹੁਤ ਪੈਸੇ ਲਾਏ ਹੋਏ ਲੋਕਾਂ ਨੇ ਘਰਾਂ ਦੇ ਉੱਤੇ ਲਾ ਲਓ, ਦੁਕਾਨਾਂ 'ਤੇ ਲਾ ਲਓ, ਇਹ ਸਾਰਿਆਂ ਵਾਸਤੇ ਹੀ ਇੱਕ ਬਹੁਤ ਵੱਡਾ ਮਸਲਾ ਹੈਗਾ। ਸੋ ਅਸੀਂ ਬਹੁਤ ਜਲਦੀ ਇਸ ਚੀਜ਼ ਨੂੰ ਰਾਣਾ ਸਾਹਿਬ ਨੂੰ ਕਹਿ ਕੇ MP ਸਾਹਿਬ ਨੂੰ ਕਹਿ ਕੇ ਅਸੀਂ ਬਹੁਤ ਜਲਦੀ ਹੱਲ ਕਰਵਾਵਾਂਗੇ। ਜੀ ਬਿਲਕੁਲ ਮੈਮ, ਜੇ ਅਸੀਂ ਗੱਲ ਕਰੀਏ ਤਾਂ ਮੀਡੀਆ ਨੂੰ ਚੌਥਾ ਸਤੰਭ ਕਿਹਾ ਜਾਂਦਾ ਹੈ ਅਤੇ ਚੌਥੇ ਸਤੰਭ ਦੀ ਜੋ ਐਂਟਰੀ ਹੈ ਕੌਂਸਲ ਦੇ ਵਿੱਚ ਬੈਨ ਕਰ ਦਿੱਤੀ ਗਈ ਸੀਗੀ ਕਿ ਮੀਡੀਆ ਕੌਂਸਲ ਹਾਊਸ ਦੇ ਵਿੱਚ ਨਹੀਂ ਆਏਗਾ, ਕਵਰਿੰਗ ਨਹੀਂ ਕਰ ਸਕੇਗਾ। ਅਤੇ ਉਸ ਸਮੇਂ ਤੁਸੀਂ ਵੀ ਮੌਜੂਦਾ ਸੀਗੇ, MC ਸੀਗੇ, ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ ਜੀ ਕਿ ਮੀਡੀਆ ਨੂੰ ਚੌਥਾ ਸਤੰਭ ਹੈ, ਇਸ ਦੀ ਐਂਟਰੀ ਹੋਣੀ ਚਾਹੀਦੀ ਹੈ, ਬੈਨ ਦੇ ਖਿਲਾਫ ਤੁਸੀਂ ਕਿਉਂ ਨਹੀਂ ਮੋਰਚਾ ਖੋਲ੍ਹਿਆ? ਦੇਖੋ ਅਸੀਂ ਬਿਲਕੁਲ ਉਹਨਾਂ ਨੂੰ ਕਹਿੰਦੇ ਸੀ, ਕਿਉਂਕਿ ਜੋ ਵੀ ਅੰਦਰ ਦੀ ਜਾਣਕਾਰੀ ਹੈ ਉਹ ਪਬਲਿਕ ਤੱਕ ਤਾਂ ਹੀ ਪਹੁੰਚੇਗੀ ਜੇ ਪ੍ਰੈਸ ਹੋਏਗੀ। ਪ੍ਰੈਸ ਚੌਥਾ ਸਤੰਭ ਨਹੀਂ, ਮੈਂ ਤਾਂ ਇਹ ਸਮਝਦੀ ਹਾਂ ਵੀ ਮੇਨ ਸਤੰਭ ਹੀ ਜਿਹੜੀ ਹੈ ਉਹ ਪ੍ਰੈਸ ਹੈ। ਕਿਸੇ ਵੀ ਜਾਣਕਾਰੀ ਨੂੰ ਬਾਹਰ ਕੱਢ ਕੇ ਦੇਣਾ ਜਾਂ ਬਾਹਰ ਪਹੁੰਚਾਉਣਾ ਉਹ ਪ੍ਰੈਸ ਦਾ ਹੀ ਕੰਮ ਹੈ, ਕਿਉਂਕਿ ਜੇ ਅਸੀਂ ਪ੍ਰੈਸ ਨੂੰ ਦੱਸਾਂਗੇ ਵੀ ਆਹ ਪ੍ਰੋਬਲਮਸ ਨੇ, ਆਹ ਕੁਛ ਅੰਦਰ ਹੋ ਰਿਹਾ ਹੈ, ਤਾਂ ਹੀ ਉਹ ਅੱਗੇ ਜਾ ਕੇ ਦੱਸਣਗੇ ਨਾ। ਅਸੀਂ ਬਿਲਕੁਲ ਇਸ ਚੀਜ਼ ਨੂੰ ਮਤਲਬ ਇੱਕ ਬੈਠ ਕੇ ਲਿਟਰਲੀ ਕਿਹਾ ਸੀ ਬਈ ਜੀ ਪ੍ਰੈਸ ਅੰਦਰ ਆਉਣੀ ਚਾਹੀਦੀ ਹੈ, ਪਰ ਰਾਜਾ ਭਾਈ ਸਾਹਿਬ ਨੇ ਇਸ ਚੀਜ਼ ਨੂੰ ਬਿਲਕੁਲ ਡਿਨਾਈ ਕਰਤਾ। ਉਹ ਕਹਿੰਦੇ ਬਿਲਕੁਲ ਪ੍ਰੈਸ ਨਹੀਂ ਆਏਗੀ, ਕਿਉਂਕਿ ਉੱਥੇ ਆਪਣੀ ਹੀ ਤੂਤੀ ਬੋਲੀ ਜਾਂਦੀ ਸੀਗੀ। ਅੰਡਰਸਟੂਡ ਹੈ ਵੀ ਉਹ ਪ੍ਰੈਸ ਬਾਹਰ ਗੱਲਾਂ ਕਰਨੀਆਂ ਸੀ, ਪ੍ਰੈਸ ਨੇ ਨਿਊਜ਼ਪੇਪਰ 'ਚ ਵੀ ਦੇਣਾ ਸੀ, ਆਪਣੀਆਂ ਬਾਈਟਸ ਲੈ ਕੇ ਵੀ ਦੇਣੀਆਂ ਸੀ। ਸੋ ਇਸ ਕਰਕੇ ਉਹ ਨਹੀਂ ਚਾਹੁੰਦੇ ਸੀਗੇ, ਬਟ ਅਸੀਂ ਨਹੀਂ ਇਹ ਚਾਹਾਂਗੇ। ਜਦੋਂ ਸਾਡੀ ਕੌਂਸਲ ਬਣੂਗੀ ਅਸੀਂ ਕਹਾਂਗੇ ਕਿ ਪ੍ਰੈਸ ਦੀ ਐਂਟਰੀ ਹੋਣੀ ਚਾਹੀਦੀ ਹੈ। ਪ੍ਰੈਸ ਦੇ ਸਾਹਮਣੇ ਹਰ ਚੀਜ਼ ਹੈ ਜੋ ਸ਼ਹਿਰ ਦੀ ਆਉਣੀ ਚਾਹੀਦੀ ਹੈ, ਚਾਹੇ ਉਹ ਚੰਗੀ ਹੋਵੇ ਚਾਹੇ ਉਹ ਮਾੜੀ ਹੋਵੇ, ਉਹ ਹਰ ਚੀਜ਼ ਹੈ ਜਿਹੜੀ ਉਹ ਪ੍ਰੈਸ ਅੱਗੇ ਆਉਣੀ ਚਾਹੀਦੀ ਹੈ। ਬਿਲਕੁਲ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਅਜਿਹਾ ਕੀ ਹੋ ਗਿਆ ਸੀਗਾ ਕਿ ਜੋ ਐਂਟਰੀ ਉਹਨੂੰ ਬੈਨ ਕਰ ਦਿੱਤਾ ਗਿਆ? ਕਿਉਂਕਿ ਜਦੋਂ ਸਾਡੇ BJP ਆਗੂਆਂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਜੀ ਪੱਤਰਕਾਰ ਆਪਸੀ ਲੜ ਪਏ ਸੀ, ਇਸ ਤਰ੍ਹਾਂ ਦਾ ਕੁਝ ਬਹਾਨਾ ਮਾਰ ਕੇ ਉਹ ਇਸ ਤਰ੍ਹਾਂ ਦੀ ਗੱਲਾਂ ਕਰੇ। ਕੀ ਹੋਇਆ ਸੀ ਵਾਕਿਆ? ਨਹੀਂ, ਪੱਤਰਕਾਰਾਂ ਦੀ ਕੋਈ ਲੜਾਈ ਨਹੀਂ ਸੀ ਹੋਈ। ਉਹ ਐਕਚੁਅਲੀ ਇਹਨਾਂ ਦੀ ਆਪਣੀ ਹੋਈ ਤੂੰ ਮੈਂ ਹੁੰਦੀ ਸੀ, ਆਪੋਜੀਸ਼ਨ ਦੀ ਅਤੇ ਦੂਸਰਿਆਂ ਦੀ। ਇਹ ਚਾਹੁੰਦੇ ਸੀ ਵੀ ਕੋਈ ਸਾਡਾ ਜਿਹੜਾ ਕੋਈ ਕੰਮ, ਜਿਵੇਂ ਹੁਣ ਅਸੀਂ ਆਪੋਜੀਸ਼ਨ 'ਚ ਬੈਠੇ ਸੀ, ਅਸੀਂ ਕੋਈ ਕੰਮ ਕਹਿੰਦੇ ਸੀ ਜਾਂ ਕੋਈ ਇਹਨਾਂ ਨੂੰ ਕੋਈ ਆਪਣੀ ਰਾਏ ਦਿੰਦੇ ਸੀ, ਉਹ ਇਸ ਨੂੰ ਕੰਡੈਮ ਕਰ ਦਿੰਦੇ ਸੀ ਵੀ ਇਹ ਨਹੀਂ ਜੀ ਹੋ ਸਕਦਾ। ਉਹ ਸ਼ਰੇਆਮ ਗੱਲਾਂ ਕਹਿੰਦੇ ਸੀ ਵੀ ਇਹ ਨਹੀਂ ਜੀ ਅਸੀਂ ਕਰਨਾ, ਇਹ ਨਹੀਂ ਹੋ ਸਕਦਾ। ਉਹ ਇਹਨਾਂ ਚੀਜ਼ਾਂ ਤੋਂ ਡਰ ਕੇ ਉਹਨਾਂ ਨੇ ਪ੍ਰੈਸ ਨੂੰ ਨਹੀਂ ਅੰਦਰ ਆਉਣ ਦਿੱਤਾ, ਐਂਟਰੀ ਹੋਣ ਦਿੱਤੀ। ਪ੍ਰੈਸ ਰਿਪੋਰਟਰਾਂ ਨੇ ਅੰਦਰ ਕੀ ਲੜਨਾ ਜੀ? 2 ਜਾਂ 4 ਹੀ ਹੁੰਦੇ ਸੀ ਵਿਚਾਰੇ ਅੰਦਰ, ਉਹਨਾਂ ਨੇ ਕੀ ਲੜਨਾ? ਇੱਦਾਂ ਦੀ ਕੋਈ ਗੱਲ ਨਹੀਂ ਸੀ। ਐਵੇਂ ਹੁਣ ਕੋਈ ਜੇ ਕਿਸੇ ਨੇ ਗੱਲਾਂ ਬਣਾਉਣੀਆਂ ਬਣਾਈ ਜਾਵੇ, ਬਟ ਇੱਦਾਂ ਦਾ ਕੁਛ ਨਹੀਂ ਸੀ ਜੀ। ਬਿਲਕੁਲ, ਇੱਕ ਜੇ ਅਸੀਂ ਗੱਲ ਕਰੀਏ ਨੰਗਲ ਸ਼ਹਿਰ ਦੇ ਵਿੱਚ ਗਾਵਾਂ ਦੀ ਸਮੱਸਿਆ ਸਭ ਤੋਂ ਵੱਡੀ ਇਸ ਵੇਲੇ ਬਣ ਚੁੱਕੀ ਹੈ। ਕਰੀਬ ਜੇ ਅਸੀਂ ਗੱਲ ਕਰੀਏ 10 ਸਾਲ ਤੋਂ ਲਗਾਤਾਰ 50,000 ਰੁਪਇਆ ਮੰਥਲੀ ਪਰ ਗਊਸ਼ਾਲਾ ਦੇ ਹਿਸਾਬ ਨਾਲ 2 ਗਊਸ਼ਾਲਾ ਨੂੰ ਜਾ ਰਿਹਾ ਜੀ। ਕਰੋੜਾਂ ਰੁਪਇਆ ਗਊਸ਼ਾਲਾ ਅਤੇ ਗਾਵਾਂ ਉੱਤੇ ਖਰਚ ਕਰ ਦਿੱਤਾ ਗਿਆ, ਪਰ ਸਮੱਸਿਆ ਅੱਜ ਵੀ ਉਸ ਤਰ੍ਹਾਂ ਦੀ ਹੈ ਜਿਵੇਂ 10 ਸਾਲ ਪਹਿਲਾਂ ਸੀਗੀ। ਕੀ ਕਹੋਗੇ? ਗਊਆਂ ਦਾ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕਿਉਂਕਿ ਮੈਂ ਅੱਜ ਤੋਂ ਪਿਛਲੇ 2 ਮਹੀਨੇ ਪਹਿਲਾਂ EO ਸਾਹਿਬ ਨਾਲ ਇੱਕ ਮੀਟਿੰਗ ਕੀਤੀ ਸੀ ਕਿ ਜੀ ਗਊਆਂ ਦਾ ਬਹੁਤ ਬੁਰਾ ਹਾਲ ਹੈ, ਬਹੁਤ ਲੋਕ ਜ਼ਖਮੀ ਹੋਏ। ਕਿ ਮੇਰੇ ਪਿੱਛੇ U ਬਲਾਕ ਦੇ ਵਿੱਚ, V ਬਲਾਕ ਦੇ ਵਿੱਚ ਇੱਕ ਬਜ਼ੁਰਗਾਂ ਨੂੰ ਮਤਲਬ ਗਊ ਨੇ ਮਾਰਿਆ, ਉਹਨਾਂ ਦੀ ਵਿਚਾਰਿਆਂ ਦੀ ਡਿਸਕ ਹਿੱਲ ਗਈ, ਉਹਨਾਂ ਦੀ ਲੱਤ ਟੁੱਟ ਗਈ। ਮੈਂ ਈਵਨ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਖਬਰ ਵੀ ਲੈ ਕੇ ਆਈ। ਉਸ ਤੋਂ ਬਾਅਦ EO ਸਾਹਿਬ ਨੇ ਇੱਕ ਟਰੈਕਟਰ ਦੇ ਵਿੱਚ ਗਊਆਂ ਚੱਕਣੀਆਂ ਸ਼ੁਰੂ ਕੀਤੀਆਂ। ਉਹ ਮੈਂ ਨਾਲ 5-6 ਜਗ੍ਹਾ ਮੈਂ ਵੀ ਨਾਲ ਗਈ ਹੈਗੀ ਹਾਂ। ਕਾਫੀ ਸਾਰੀਆਂ ਗਊਆਂ ਅਸੀਂ ਚੱਕੀਆਂ ਵੀ ਹੈਗੀਆਂ, ਜੋ ਕਿ ਐਕਸੀਡੈਂਟ ਦਾ ਬਹੁਤ ਹੀ ਜ਼ਿਆਦਾ ਵੱਡਾ ਕਾਰਨ ਹੈ। ਬੱਚਿਆਂ ਨੂੰ ਵੀ ਮਾਰਦੀਆਂ ਨੇ, ਐਕਸੀਡੈਂਟ ਵੀ ਹੁੰਦੇ ਨੇ, ਬਜ਼ੁਰਗਾਂ ਨੂੰ ਵੀ ਢਾਹ ਲੈਂਦੀਆਂ ਨੇ, ਪਿੱਛੇ ਵੀ ਦੌੜ ਜਾਂਦੀਆਂ ਨੇ। ਸੋ ਹੁਣ ਜਿਹੜਾ ਮੇਨ ਸੀਗਾ ਉਹ EO ਸਾਹਿਬ ਨੇ ਮੈਨੂੰ ਇਹ ਇੱਕ ਸ਼੍ਰੈ ਦਿੱਤਾ ਸੀ ਕਿ ਮੈਡਮ ਆਪਾਂ ਇੱਕ ਵੱਡੀ ਗੱਡੀ ਲਿਆ ਰਹੇ ਹਾਂ, ਉਹਦੇ ਵਿੱਚ ਆਪਾਂ ਗਊਆਂ ਨੂੰ ਲਿਜਾ ਕੇ, ਕਿਉਂਕਿ ਉਹਦੇ ਵੱਧ ਤੋਂ ਵੱਧ ਗਊਆਂ ਜਾ ਸਕਦੀਆਂ। ਉੱਦਾਂ ਇਹ ਟਰੈਕਟਰ ਦੇ ਵਿੱਚ 3 ਜਾਂ 4 ਗਊਆਂ ਹੀ ਚੱਕਦੇ ਸੀ, ਪਰ ਫਿਰ ਵੀ ਇਹਨਾਂ ਨੇ 100-150 ਗਾਂ ਚੱਕੀ ਹੈ। ਉਹ ਮੈਂ ਇਸ ਚੀਜ਼ ਦੀ ਮਤਲਬ ਇੱਕ ਗਵਾਹ ਹੈਗੀ ਹਾਂ, ਕਿਉਂਕਿ ਮੇਰੇ ਸਾਹਮਣੇ ਚੱਕੀ, ਮੈਨੂੰ ਹਰ ਪਾਸੇ ਬੁਲਾਉਂਦੇ ਸੀਗੇ। ਬਟ ਹੁਣ ਵੀ ਅਸੀਂ ਇਹੀ ਕਿਹਾ ਹੈਗਾ ਵੀ ਤੁਸੀਂ ਗੱਡੀ ਲਿਆਓ, ਗਾਈਆਂ ਚੱਕੋ। ਪਰ ਕੁਛ ਇਸ ਤਰ੍ਹਾਂ ਦਾ ਹੈਗਾ ਵੀ ਜਿਹੜੇ ਬਾਹਰਲੇ ਜਿਵੇਂ ਕੁਛ ਹੱਦਾਂ ਨੇ,
ਉੱਥੋਂ ਚੱਕ ਕੇ ਰਾਤ ਨੂੰ ਫਿਰ ਲੋਕ ਛੱਡ ਜਾਂਦੇ ਨੇ, ਟਰੱਕ ਭਰ ਕੇ ਛੱਡ ਜਾਂਦੇ ਨੇ, ਇਹਦੇ ਟਰੈਕਟਰ ਵਾਸਤੇ ਭਰ ਕੋਈ ਕੇ। ਪਾਲਿਸੀ ਨਹੀਂ ਬਣ ਸਕਦੀ? ਇਹਦੇ ਵਾਸਤੇ ਹੁਣ ਬੈਠ ਕੇ ਕਰਾਂਗੇ ਜੀ ਕੁਛ। ਹੁਣ ਇਲੈਕਸ਼ਨ ਤੱਕ ਤਾਂ ਵੇਟ ਕਰਨੀ ਹੀ ਪੈਣੀ ਹੈ। ਉਦੋਂ ਤੱਕ ਜਿੰਨੀਆਂ ਚੁਕਾ ਹੁੰਦੀਆਂ, ਜਿਨ੍ਹਾਂ ਲੋਕਾਂ ਨੂੰ ਕੌਂਸਲ ਵੱਲੋਂ ਪੈਸਾ ਜਾ ਰਿਹਾ ਹੈ, ਜਿਨ੍ਹਾਂ ਗਊਸ਼ਾਲਾ ਨੂੰ ਲੱਖਾਂ ਰੁਪਏ ਰਾਣਾ ਜੀ ਨੇ ਦਿੱਤੇ ਚੈੱਕ ਕੱਟ ਕੇ, ਮੇਰੀ ਤਾਂ ਉਹਨਾਂ ਨੂੰ ਵੀ ਦਰਖਾਸਤ ਹੈ ਕਿ ਉਹ ਜਿਵੇਂ ਫੜ ਲੈਂਦੇ ਨੇ ਰਾਤੀ ਛੱਡ ਦਿੰਦੇ ਨੇ, ਉਹ ਵੀ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ, ਕਿਉਂਕਿ ਉਹ ਸਾਹਮਣੇ ਜਦੋਂ ਅਸੀਂ ਛੱਡੇ ਆਉਂਦੇ ਹਾਂ ਉਦੋਂ ਰੱਖ ਲੈਣੇ, 2-3 ਦਿਨਾਂ ਬਾਅਦ ਉਹ ਫਿਰ ਹੱਕ ਦਿੰਦੇ ਨੇ। ਐਵੇਂ ਨਹੀਂ ਚਾਹੀਦਾ ਕਰਨਾ। ਜਦੋਂ ਆਪਾਂ ਸਰਕਾਰਾਂ ਤੋਂ ਪੈਸੇ ਲੈਂਦੇ ਹਾਂ, ਆਪਾਂ ਕੌਂਸਲਾਂ ਤੋਂ ਪੈਸੇ ਲੈਂਦੇ ਹਾਂ, ਕੀ ਆਪਾਂ ਉਹਨਾਂ ਗਊਆਂ ਨੂੰ ਸਾਂਭ ਨਹੀਂ ਸਕਦੇ? ਮੈਂ ਤਾਂ ਇੱਕ ਹੋਰ ਵੀ ਚੀਜ਼ ਕਹੂੰਗੀ, ਮੈਂ ਤਾਂ BBMB ਨੂੰ ਵੀ ਰਿਕੁਐਸਟ ਕਰੂੰਗੀ ਵੀ ਬਹੁਤ ਹੀ ਜਗ੍ਹਾ ਸ਼ਾਮਲਾਤ ਪਈ ਹੈ, ਇਹ ਉੱਥੇ ਸ਼ੈੱਡਾਂ ਪਾ ਦੇਣ। ਸ਼ੈੱਡਾਂ ਪਾ ਕੇ ਆਸੇ-ਪਾਸੇ ਭਾਵੇਂ ਇਹ ਦੀਵਾਰ ਨਾ ਕਰਨ, ਬਹੁਤ ਪੱਥਰ ਹੈ ਦੀਵਾਰ ਵੀ ਕਰ ਦੇਣ, ਕਿਉਂਕਿ ਬਹੁਤ ਵੱਡੀ ਗੱਲ ਨਹੀਂ ਹੈ ਇਹਨਾਂ ਵਾਸਤੇ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਇਹ ਬੰਦੇ ਹੀ ਆਪਣੇ ਉੱਥੇ ਕਰਕੇ ਰੱਖ ਕੇ, ਇੰਪਲੋਈਜ਼ ਰੱਖ ਕੇ, ਥੋੜ੍ਹੇ ਬਹੁਤੇ 5-7-10 ਬੰਦੇ ਰੱਖ ਕੇ ਇਹ ਸ਼ੈੱਡਾਂ ਬਣਾ ਕੇ ਗਊਆਂ ਆਪ ਹੀ ਸਾਂਭਣੀਆਂ ਸ਼ੁਰੂ ਕਰ ਦੇਣ, ਕਿਉਂਕਿ ਗਊਸ਼ਾਲਾ ਵਾਲਿਆਂ ਨੇ ਤਾਂ ਪੈਸਾ ਲੈਣਾ, ਉਹ ਪਰ ਲਾਉਂਦੇ ਹੀ ਨਹੀਂ ਹੈ, ਉਹ ਛੱਡ ਦਿੰਦੇ ਆ, ਚਾਹੇ ਉਹ ਕਿਸੇ ਦੀ ਵੀ ਹੈ, ਕੋਈ ਵੀ ਗਊਸ਼ਾਲਾ, ਚਾਹੇ ਇੱਧਰ ਜਵਾਹਰ ਮਾਰਕੀਟ ਵਾਲੀ ਹੈ, ਚਾਹੇ ਇੱਧਰ ਬਸੰਤ ਬਾਬੇ ਦੀ ਹੈ। ਮੈਂ ਸਹੀ ਮੈਨੇ ਮੈਂ ਤੁਹਾਨੂੰ ਦੱਸਾਂ, ਮੈਂ ਤਾਂ ਪਖੰਡ ਸਮਝਦੀ ਹਾਂ ਇਹਨਾਂ ਚੀਜ਼ਾਂ ਨੂੰ। ਮੈਂ ਤਾਂ ਇਹੀ ਸਮਝਦੀ ਹਾਂ ਵੀ ਜੋ ਵੀ ਕਰਨਾ ਹੈ ਨਾ, ਪੈਸਾ ਉੱਥੇ ਦਿਓ ਜਿੱਥੇ ਵਾਕਈ ਲਾਗਤ ਹੋਵੇ, ਜਿੱਥੇ ਪਤਾ ਹੋਵੇ ਵੀ ਕੰਮ ਹੋ ਰਿਹਾ। ਅਨਨੈਸੈਸਰਲੀ ਪੈਸਾ ਵੰਡਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਬਿਲਕੁਲ। ਚੱਲਦੇ ਕੁਐਸਚਨ, क्या ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਵਿੱਚ ਕਿਤੇ ਨਾ ਕਿਤੇ ਆਪਸੀ ਫੁੱਟ ਵੀ ਦਿਖਾਈ ਦੇ ਰਹੀ ਹੈ? ਕਿਉਂਕਿ ਜੇ ਅਸੀਂ ਗੱਲ ਕਰੀਏ, ਜਦੋਂ ਕੌਂਸਲ ਦਾ ਇਲੈਕਸ਼ਨ ਆਉਂਦਾ, ਇੱਕ ਪ੍ਰਧਾਨ ਦੀ ਚੋਣ ਹੁੰਦੀ ਹੈ ਜੀ, ਅਤੇ ਲਾਸਟ ਟਾਈਮ ਜੇ ਪ੍ਰਧਾਨ ਦੀ ਗੱਲ ਕਰੀਏ ਤਾਂ BJP ਦੇ ਬਣੇ ਬਣਾਏ ਪ੍ਰਧਾਨ ਸੀਗੇ, ਉਹਨਾਂ ਨੂੰ ਹੀ ਕਾਂਗਰਸ ਨੇ ਬਣਾ ਦਿੱਤਾ ਸੀਗਾ ਪ੍ਰਧਾਨ, ਅਤੇ ਕਿਤੇ ਨਾ ਕਿਤੇ ਫੁੱਟ ਨਜ਼ਰ ਆ ਰਹੀ ਸੀਗੀ। ਕੀ ਇਸ ਵਾਰ ਕਿਵੇਂ ਹੋਏਗਾ ਫਿਰ? ਦੇਖੋ, ਫੁੱਟ ਤਾਂ ਥੋੜ੍ਹੀ ਬਹੁਤੀਆਂ ਗੱਲਾਂ ਤਾਂ ਹਰ ਪਾਰਟੀ 'ਚ ਹੁੰਦੀਆਂ। ਜੇ ਆਪਾਂ ਕਹੀਏ ਵੀ ਸਿਰਫ ਕਾਂਗਰਸ 'ਚ ਫੁੱਟ ਹੈ ਜਾਂ ਹੋਰ ਕਿਸੇ ਪਾਰਟੀ 'ਚ, ਛੋਟੀਆਂ ਮੋਟੀਆਂ ਗੱਲਾਂ ਹਰ ਪਾਸੇ ਚੱਲਦੀਆਂ ਨੇ, ਪਰ ਸਾਡੇ ਕਾਂਗਰਸੀਆਂ ਦਾ ਇਹ ਵੀ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ। ਕੋਈ ਐਵੇਂ ਨਹੀਂ ਹੈ ਵੀ ਲੈ ਜੀ ਅਸੀਂ ਕਿਸੇ ਦੇ ਅਗੇਂਸਟ ਪ੍ਰੋਟੈਸਟ ਕਰਦੇ ਹਾਂ ਜਾਂ ਅਸੀਂ ਉਹ ਜਸਟ ਥੋੜ੍ਹੀ ਜਿਹੀ ਇੱਕ ਸਮਝਾਉਣ ਨਾਲ, ਜਾਂ ਥੋੜ੍ਹਾ ਜਿਹਾ ਕੋਈ ਗਿਲਾ ਸ਼ਿਕਵਾ ਕਿਸੇ ਨੂੰ ਹੁੰਦਾ, ਉਹ ਕਹਿ ਕੇ ਜਿਹੜੇ ਉਹ ਅਸੀਂ ਇੱਕ ਸਟੇਜ 'ਤੇ ਇਕੱਠੇ ਹੋ ਜੀਦਾ। ਮੈਂ ਐਡਾ ਵੱਡਾ ਇਸ਼ੂ ਨਹੀਂ ਹੁੰਦਾ ਵੀ ਲਓ ਜੀ ਉਹ ਕੋਈ ਕੁਛ ਬੋਲ ਰਿਹਾ, ਕੋਈ ਐਵੇਂ ਦਾ ਨਹੀਂ ਹੁੰਦਾ। ਕਿਆ ਉਸ ਸਮੇਂ ਕਾਂਗਰਸ ਕੋਲ ਅਜਿਹਾ ਚਿਹਰਾ ਨਹੀਂ ਸੀਗਾ ਜੋ ਪ੍ਰਧਾਨ ਬਣ ਸਕਦਾ ਸੀ? ਨਹੀਂ, ਚਿਹਰਾ ਸੀ। ਦੇਖੋ ਚਿਹਰੇ ਤਾਂ ਹੁਣ ਕਾਂਗਰਸ ਕੋਈ ਇੱਦਾਂ ਦੀ ਤਾਂ ਹੈ ਨਹੀਂ ਵੀ ਲੈ ਜੀ ਬਿਨਾਂ ਬੰਦਿਆਂ ਤੋਂ ਬੈਠੀ ਹੈ। ਕਾਂਗਰਸ ਕੋਲ ਬਹੁਤ ਵਧੀਆ ਚਿਹਰੇ ਹੈਗੇ ਹੈ, ਬਟ ਹੁਣ ਜੇ ਕੋਈ ਪਿਛਲਾ ਹੀ ਬੰਦਾ ਰਿਕੁਐਸਟ ਕਰੇ ਜਾਂ ਕੋਈ ਪਿਛਲਾ ਬੰਦਾ ਹੀ ਪੈਰੀਓ ਪੈ ਜਾਵੇ ਵੀ ਮੈਨੂੰ ਹੀ ਰਹਿਣ ਦਿਓ ਜੀ, ਫਿਰ ਆਪਾਂ ਕੀ ਕਰ ਸਕਦੇ ਹਾਂ? ਚਲੋ, ਸਾਡੇ ਅਕੋਰਡਿੰਗਲੀ ਚੱਲਿਆ ਹੋਇਆ ਸੀ, ਕੰਮ ਕਰ ਰਿਹਾ ਸੀ। ਇਸ ਵਾਰ ਆਸ ਹੈ ਜੀ ਕਿ ਨਵਾਂ ਚਿਹਰਾ ਮਿਲ ਸਕਦਾ ਹੈ? ਬਿਲਕੁਲ ਨਵਾਂ ਚਿਹਰਾ ਮਿਲੂਗਾ ਜੀ। ਹੁਣ ਦੇਖੋ, ਵੈਸੇ ਵੀ ਮੈਂ ਤਾਂ ਕਹਿੰਦੀ ਹੁੰਦੀ ਹਾਂ ਵੀ ਹਰ ਪਾਸੇ, ਚਾਹੇ ਉਹ ਕਮੇਟੀ ਦਾ ਪ੍ਰਧਾਨ ਹੋਵੇ, ਚਾਹੇ ਉਹ ਵਪਾਰ ਮੰਡਲ ਦਾ ਪ੍ਰਧਾਨ ਹੋਵੇ, ਚਾਹੇ ਉਹ ਕਿਸੇ ਸੁਸਾਇਟੀ ਦਾ ਪ੍ਰਧਾਨ ਹੋਵੇ, ਹਰ 5 ਸਾਲਾਂ ਬਾਅਦ ਇੱਕ ਨਵੇਂ ਚਿਹਰੇ ਨੂੰ ਆਉਣਾ ਹੀ ਚਾਹੀਦਾ ਹੈ, ਜਿੱਥੇ ਨਾ ਉਹ ਕੋਈ ਆਪਣਾ ਡਾਂਕਾ ਬਜਾ ਸਕੇ, ਪਬਲਿਕ ਦੇ ਹਿੱਤ 'ਚ ਕੰਮ ਕਰੇ, ਹਰ ਕਿਸੇ ਦੀ ਰਿਸਪੈਕਟ ਕਰੇ, ਜਿਹੜੇ ਉਹਨਾਂ ਨੂੰ ਚੁਣ ਕੇ ਲਿਆਉਂਦੇ ਨੇ ਉਹਨਾਂ ਦੀ ਇੱਜ਼ਤ ਕਰੇ, ਲੋਕਾਂ ਦੀ ਭਲਾਈ ਕਰੇ। ਇੱਕ ਹੋਰ ਜਾਣਨਾ ਚਾਹਾਂਗੇ, ਜਿਹੜੇ ਪਹਿਲੇ ਪ੍ਰਧਾਨ ਸੀਗੇ, ਅਸੀਂ ਗੱਲ ਕਰਦੇ ਅਸ਼ੋਕਪੁਰੀ ਜੀ, ਕਦੇ ਮੀਡੀਆ ਦੇ ਰੂਬਰੂ ਨਹੀਂ ਹੁੰਦੇ ਸੀਗਾ, ਅਜਿਹਾ ਕਿਉਂ ਸੀਗਾ ਜੀ? ਕੀ ਲੱਗਦਾ ਸੀ ਤੁਹਾਨੂੰ? ਕੋਈ ਉਹਨਾਂ ਨੂੰ ਇਨਸਿਕਿਉਰਿਟੀ ਹੋਏਗੀ ਜੀ, ਕਿਉਂਕਿ ਨਹੀਂ ਤਾਂ ਜਿਹੜੇ ਪ੍ਰਧਾਨ ਲੋਕ ਹੁੰਦੇ ਆ ਉਹਨਾਂ ਨੂੰ ਇਹ ਬੜਾ ਹੀ ਹੁੰਦਾ ਹੈਗਾ ਇਹ ਮੁੱਦਾ ਵੀ ਅਸੀਂ 24 ਘੰਟੇ ਕੁਛ ਨਾ ਕੁਛ ਮੀਡੀਆ ਦੇ ਥਰੂ ਲੋਕਾਂ ਨੂੰ ਅਪਰੋਚ ਕਰਦੇ ਰਹੀਏ, ਲੋਕਾਂ ਦੇ ਵਿੱਚ ਵਿਚਰਦੇ ਰਹੀਏ, ਬਟ ਕੋਈ ਉਹਨਾਂ ਦੇ ਦਿਮਾਗ 'ਚ ਹੋਣੀ ਹੈ ਇੱਦਾਂ ਦੀ ਗੱਲ, ਜਾਂ ਹੋ ਸਕਦਾ ਉਹ ਉੱਦਾਂ ਦੀ ਗੱਲ ਨਾ ਕਰ ਸਕਦੇ ਹੋਣ। ਦੇਖੋ, ਮੀਡੀਆ ਦੇ ਅੱਗੇ ਗੱਲ ਕਰਨ ਵਾਸਤੇ ਵੀ ਥੋੜ੍ਹੀ ਪਾਵਰ ਚਾਹੀਦੀ ਹੈ। ਤੁਸੀਂ ਮੇਰੇ ਬੱਚੇ ਵੀ ਹੋ, ਤੁਸੀਂ ਮੇਰੇ ਭਰਾ ਵੀ ਹੋ, ਪਰ ਫਿਰ ਵੀ ਇੱਕ ਥੋੜ੍ਹਾ ਹੁੰਦਾ ਵੀ ਯਾਰ ਮੀਡੀਆ ਵਾਲੇ ਹੈ, ਠੀਕ ਹੈ ਨਾ ਜੀ। ਸੋ ਇਸ ਕਰਕੇ ਹਰ ਬੰਦਾ ਵੀ ਸਾਹਮਣਾ ਨਹੀਂ ਕਰ ਸਕਦਾ। ਸਭ ਤੋਂ ਜ਼ਿਆਦਾ ਹੌਟ ਸੀਟ ਕਿਹੜੀ ਰਹਿਣ ਵਾਲੀ ਹੈ? ਮੇਰਾ ਖਿਆਲ ਹੈ ਵੀ 19 ਦੇ 19 ਵਾਰਡਾਂ 'ਚ ਹੀ ਹੌਟ ਸੀਟ ਨੇ, ਕੋਈ ਇੱਦਾਂ ਦਾ ਵਾਰਡ ਨਹੀਂ ਹੈ ਜਿੱਥੇ ਹਾਂ ਮੁਕਾਬਲਾ। ਤਾਂ ਦੇਖੋ, ਇਲੈਕਸ਼ਨ ਨੂੰ ਆਪਾਂ ਕਦੇ ਵੀ ਐਂ ਕਰਕੇ ਨਾ ਚੱਲੀਏ ਹੈ ਨਾ ਵੀ ਆਪਾਂ ਤਾਂ ਜਿੱਤੇ ਪਏ ਹਾਂ ਜੀ। ਇਹ ਤਾਂ ਜਿੰਨੀ ਤੁਸੀਂ ਮਿਹਨਤ ਕਰੋਗੇ, ਕਹਿੰਦੇ ਨਾ ਜਿੰਨਾ ਗੁੜ ਪਾਉਂਗੇ ਉਨਾ ਮਿੱਠਾ ਹੁੰਦਾ। ਜਿੰਨਾ ਤੁਹਾਨੂੰ ਲੱਗਦਾ ਹੋਵੇ ਵੀ ਅਸੀਂ ਜਿੱਤੇ ਪਏ, ਉਨੀ ਤੁਹਾਨੂੰ ਮਿਹਨਤ ਜਿਹੜੀ ਡਬਲ ਕਰਨੀ ਚਾਹੀਦੀ ਹੈ, ਕਿਉਂਕਿ ਪਬਲਿਕ ਹੈ, ਪਬਲਿਕ ਦੇ ਮੂਡ ਦਾ ਕੁਛ ਨਹੀਂ ਕਿਹਾ ਜਾ ਸਕਦਾ। ਆਪਾਂ ਪਬਲਿਕ ਦਾ ਮੂਡ ਪੜ੍ਹ ਹੀ ਨਹੀਂ ਸਕਦੇ, ਚਾਹੇ ਉਹ ਕਿਸੇ ਵੀ ਇਲੈਕਸ਼ਨ 'ਚ ਹੋਵੇ। ਸੋ ਆਪਾਂ ਨੂੰ ਵੱਧ ਤੋਂ ਵੱਧ ਚੜ੍ਹ ਕੇ ਤਿਆਰੀ ਕਿਵੇਂ ਤੁਹਾਡੀ? ਤਿਆਰੀ ਫੁੱਲ ਹੈ ਜੀ, ਤਿਆਰੀ ਫੁੱਲ ਹੈ। ਜੇ ਹਾਈ ਕਮਾਂਡ ਚਾਹਣਗੇ ਟਿਕਟ ਦੇਣਗੇ, ਟਿਕਟ 'ਤੇ ਲੜਾਂਗੇ, ਆਜ਼ਾਦ ਲੜਾਂਗੇ ਨਹੀਂ। ਜੇ ਉਹਨਾਂ ਦਾ ਹੁਕਮ ਹੋਏਗਾ ਮੈਂ ਇਲੈਕਸ਼ਨ ਲੜੂੰਗੀ, ਮੇਰੀ ਜਗ੍ਹਾ ਕਿਸੇ ਹੋਰ ਨੂੰ ਦੇਣਗੇ, ਤਾਂ ਵੀ ਅਸੀਂ ਉਹਨਾਂ ਦੇ ਨਾਲ, ਉਹਨਾਂ ਦੀ ਮਦਦ ਹੋਏਗੀ। ਬਿਲਕੁਲ 110% ਬਾਏ ਹਾਰਟ ਜੀ। ਬਿਲਕੁਲ। ਇਹ ਸੀਗੇ ਸਾਡੇ ਨਾਲ ਮੈਡਮ ਸੋਨੀਆ ਸੈਣੀ ਜੀ। ਜਿਵੇਂ ਕਿ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ
ਐਮਸੀ ਦੇ ਇਲੈਕਸ਼ਨ ਦੇ ਚੱਲਦੇ ਹੋ ਜੋ ਦਾਅਵੇਦਾਰੀ ਜੋ ਪੇਸ਼ ਕਰ ਰਹੇ ਨੇ ਜਾਂ ਸਾਡੇ ਜੋ ਐਮਸੀ ਸਾਹਿਬ ਨੇ ਲਾਸਟ ਟਰਮ ਦੇ ਵਿੱਚ ਉਹਨਾਂ ਨੂੰ ਲੈ ਕੇ ਆਪਣੇ ਪਬਲਿਕ ਤੱਕ ਪਹੁੰਚਾਈਏ ਕਿ ਉਹਨਾਂ ਨੇ ਪਿਛਲੇ 5 ਸਾਲਾਂ ਵਿੱਚ ਕੀ ਕੀਤਾ ਤੇ ਜੋ ਦਾਅਵੇਦਾਰੀ ਪੇਸ਼ ਕਰ ਰਹੇ ਨੇ ਉਹ ਆਉਣ ਵਾਲੇ 5 ਸਾਲਾਂ ਵਿੱਚ ਕੀ ਕਰਨਗੇ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜਨਗੇ। ਫਿਲਹਾਲ ਅਗਲੇ ਐਮਸੀ ਲੈ ਕੇ ਤੁਹਾਡੇ ਤੱਕ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ।